ਜਦੋਂ ਡੋਜ਼ਸ ਦੀ ਗੱਲ ਆਉਂਦੀ ਹੈ ਬੂਸਟਰ ਡੋਜ਼ਸ ਵੀ ਲੱਗ ਰਹੀਆਂ ਨੇ ਜਿਨ੍ਹਾਂ ਨੇ ਹਜੇ ਕੋਈ ਵੀ ਡੋਜ਼ ਨਹੀਂ ਲਗਵਾਈ ਉਹਨਾਂ ਨੂੰ ਵੀ ਡੋਜ਼ਸ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਖਾਸ ਕਰਕੇ ਜੌਨਸਨ ਐਂਡ ਜੌਨਸਨ ਦੀ ਜੈਨਸਨ ਵੈਕਸੀਨ ਵੀ ਪਹੁੰਚ ਗਈ ਹੈ। ਬਹੁਤ ਲੋਕਾਂ ਨੂੰ ਇਹ ਹੁੰਦਾ ਕਿ ਇਹ ਪਤਾ ਨਹੀਂ ਹੁਣੇ ਆਇਆ ਸੀ ਜਾਂ ਇਹਨੂੰ ਇਹ ਕੋਈ ਸੌਖਾ ਕੰਮ ਸੀ ਕੰਟਰੋਲ ਕਰਨਾ। ਸੋ ਇਹਦੀ ਅਜੇ ਵੀ ਜਿਹੜੀ ਕਹਾਣੀ ਉਹ ਬਦਲਦੀ ਪਈ ਹੈ। 36 ਮਿਲੀਅਨ ਲੋਕ ਨੇ ਤਕਰੀਬਨ ਜੇ ਤਿੰਨ ਡੋਜ਼ ਵੀ ਦੇਣੀਆਂ ਮਸਾਂ ਪੂਰੀਆਂ ਹੋਣੀਆਂ। ਸੋ ਉਹ ਹੁਣ ਡੋਜ਼ਸ ਜਿਹੜੀਆਂ ਉਹ ਪੂਰੀਆਂ ਹੋ ਰਹੀਆਂ ਨੇ। ਅਸੀਂ 2019 ਤੋਂ ਹੁਣ 2022 ਵੱਲ ਵੱਧ ਰਹੇ ਹਾਂ ਪਰ ਇਹ ਹੈ ਕਿ ਇਹਦਾ ਕੋਈ ਇਲਾਜ ਨਹੀਂ ਲੱਭਿਆ ਹਜੇ ਤੱਕ। ਜਿਹੜਾ ਵੈਕਸੀਨੇਸ਼ਨ ਦੱਸੀ ਜਾ ਰਹੀ ਹੈ ਬੂਸਟਰ ਡੋਜ਼ ਦੱਸੀ ਜਾ ਰਹੀ ਹੈ ਕਈਆਂ ਦੇ ਬੂਸਟਰ ਡੋਜ਼ ਲੱਗ ਵੀ ਗਈ ਹੈ ਪਰ ਵੈਕਸੀਨੇਸ਼ਨ ਕਰਵਾਉਣੀ ਲਾਜ਼ਮੀ ਹੈ। 5 ਤੋਂ 11 ਸਾਲ ਦੇ ਬੱਚਿਆਂ ਦੇ ਹੁਣ ਲਾਜ਼ਮੀ ਡੋਜ਼ ਹੈਗੀ ਹੈ। ਜਿਹੜੇ 90,000 ਆਲਰੇਡੀ ਪੇਰੈਂਟਸ ਨੇ ਆਪਣੇ ਬੱਚੇ ਰਜਿਸਟਰ ਕਰਾ ਲਏ ਨੇ ਅੱਜ। ਬਿਲਕੁਲ ਜੋ 2-3 ਘੰਟਿਆਂ ਦੇ ਵਿੱਚ ਹੀ ਇੰਨੇ ਲੋਕਾਂ ਨੂੰ ਐਕਸਾਈਟਮੈਂਟ ਹੈ। ਬਾਰਡਰ ਜਦੋਂ ਖੁੱਲ ਗਏ ਨੇ ਪਹਿਲਾਂ ਕੈਨੇਡਾ ਵਾਲਿਆਂ ਨੇ ਖੋਲ ਦਿੱਤੇ ਸੀ ਅਮਰੀਕਾ ਵਾਲਿਆਂ ਨੇ ਨਹੀਂ ਖੋਲੇ ਸੀ ਫਿਰ ਅਮਰੀਕਾ ਵਾਲਿਆਂ ਨੇ ਖੋਲੇ ਤਾਂ ਪੀਸੀਆਰ ਟੈਸਟ ਦੀ ਉਹਨਾਂ ਨੇ ਸ਼ਰਤ ਰੱਖ ਦਿੱਤੀ। ਹੁਣ ਪੀਸੀਆਰ ਟੈਸਟ ਡਾਕਟਰ ਸਾਹਿਬ ਵੀ ਨਹੀਂ ਦਿਖਾਉਣੀ ਪੈਣੀ ਰਿਪੋਰਟ ਨੈਗੇਟਿਵ। ਉਹਦੇ ਵਿੱਚ ਇੱਕ ਤਰੀਕਾ ਹੁੰਦਾ ਹੈ ਕਿ ਕਨਵਿੰਸ ਕਰਨ ਦਾ ਵੀ ਇਹ ਕੰਪਲਸਰੀ ਨਹੀਂ ਪਰ ਜਦੋਂ ਹੌਲੀ ਹੌਲੀ ਵੇਖ ਕੇ ਨਾ ਜੇ ਘਰ ਦੇ ਵਿੱਚ ਇੱਕ ਨੂੰ ਲੱਗਾ ਦੂਸਰੇ ਨੂੰ ਲੱਗਣਾ। ਇੱਕ ਜੇ ਤੁਸੀਂ ਫੈਮਿਲੀ ਵਿੱਚ 10 ਬੱਚਿਆਂ ਨੂੰ ਲਵਾਤਾ ਤੇ ਬਾਕੀਆਂ ਨੇ ਵੀ ਲਵਾਉਣਾ। ਇੱਕ ਸਕੂਲ ਦੇ ਵਿੱਚ ਜੇ ਸਾਰੇ ਬੱਚਿਆਂ ਨੂੰ ਲੱਗ ਗਿਆ 90% ਫਿਰ 10% ਨੇ ਥੋੜਾ ਰਹਿਣਾ। ਅਸੀਂ ਵੀ ਰਲ ਮਿਲ ਕੇ ਜਿਹੜੀ ਇਨਫੋਰਮੇਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਖਾਸ ਕਰਕੇ ਉਹਨਾਂ ਨੂੰ ਜਿਹੜੇ ਕਹਿੰਦੇ ਆ ਕਿ ਕੋਈ ਸ਼ੇ ਗਲਤ ਹੈ ਇਸ ਵੈਕਸੀਨ ਦੇ ਵਿੱਚ ਜਾਂ ਨਹੀਂ ਲਗਵਾਉਣੀ ਚਾਹੀਦੀ ਕਿਉਂਕਿ 1 ਸਾਲ ਤੋਂ ਪਹਿਲਾਂ ਵੈਕਸੀਨ ਆਈ ਹੋਈ ਨਹੀਂ। ਜਲਦੀ 10 ਮਹੀਨੇ ਦੇ ਬਾਅਦ ਵੈਕਸੀਨ ਆਈ ਵੈਕਸੀਨ ਲਗਵਾਈ ਗਈ। ਪਹਿਲੀ ਡੋਜ਼ ਦਾ ਕਿਹਾ ਕਿ ਲਗਵਾਈ ਜਾਵੇ ਦੂਜੀ ਦਾ ਕਿਹਾ ਲਗਵਾਈ ਜਾਵੇ। ਜੇ ਕਿਸੇ ਨੂੰ ਗੱਲਬਾਤ ਕੋ ਹੋ ਜੇ ਤੇ ਤੁਹਾਨੂੰ ਉੱਥੇ ਸਰਵਿਸਿਜ਼ ਪ੍ਰੋਵਾਈਡ ਕਰ ਸਕਦੇ ਨੇ। ਆਫਿਸਾਂ ਵਿੱਚ ਮੈਡੀਕਲ ਆਫਿਸਾਂ ਵਿੱਚ ਤੇ ਕੀਤਾ ਨਹੀਂ ਕੰਮ ਕਿਉਂਕਿ ਉੱਥੇ ਤੁਸੀਂ ਮਰੀਜ਼ ਦੇਖਣੇ ਕਿ ਦੂਸਰੇ ਕੰਮ ਕਰਨੇ ਨੇ ਉਹ ਮਿਕਸ ਜਿਹਾ ਪਿਆ। ਪਰ ਜਿਹੜਾ ਸਾਡਾ ਸਿਸਟਮ ਸੀ ਬੜੇ ਸੋਹਣੇ ਤਰੀਕੇ ਨਾਲ ਹੋਇਆ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਇਸ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਤੇ ਤੁਹਾਨੂੰ ਦੱਸ ਦਈਏ ਕਿ ਹੈਲਥ ਸ਼ੋਅ ਨੂੰ ਅਸੀਂ ਇੱਕ ਵਾਰ ਫਿਰ ਤੋਂ ਰਿਜ਼ਿਊਮ ਕਰਨ ਵਾਲੇ ਹਾਂ। ਥੋੜਾ ਜਿਹਾ ਵਿੱਚ ਸਟਾਪ ਲੱਗ ਗਿਆ ਸੀ ਪਰ ਹੁਣ ਫਿਰ ਤੋਂ ਤੁਹਾਡੇ ਲਈ ਹੈਲਥ ਟਿਪਸ ਲੈ ਕੇ ਹੈਲਥ ਦੇ ਬਾਰੇ ਜਾਣਕਾਰੀ ਲੈ ਕੇ ਇਨਫੋਰਮੇਸ਼ਨ ਲੈ ਕੇ ਕੋਵਿਡ ਦੇ ਆਲੇ ਦੁਆਲੇ ਦੀ ਇਨਫੋਰਮੇਸ਼ਨ ਲੈ ਕੇ ਫਿਰ ਤੋਂ ਹਾਜ਼ਰ ਹਾਂ। ਦੂਜਾ ਸੀਜ਼ਨ ਅਸੀਂ ਕਹਿ ਸਕਦੇ ਹਾਂ ਕਿ ਹੈਲਥ ਸ਼ੋਅ ਦਾ ਰਿਜ਼ਿਊਮ ਕਰਨ ਜਾ ਰਹੇ ਹਾਂ ਤੇ ਇਸ ਸ਼ੋਅ ਦੇ ਵਿੱਚ ਮੇਰੇ ਨਾਲ ਮੇਰਾ ਸਾਥ ਦੇਣਗੇ ਡਾਕਟਰ ਗੁਲਜ਼ਾਰ ਚੀਮਾ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਅੱਜ ਗੱਲਬਾਤ ਕਿਹੜੇ ਵਿਸ਼ੇ ਤੇ ਹੋਣ ਜਾ ਰਹੀ ਹੈ। ਕੋਵਿਡ ਦੇ ਵਿਸ਼ੇ ਤੇ ਅੱਜ ਗੱਲਬਾਤ ਕਰਾਂਗੇ ਜ਼ਿਆਦਾਤਰ ਕਿਉਂਕਿ ਪੀਸੀਆਰ ਟੈਸਟ ਜਦੋਂ ਅਸੀਂ ਅਮਰੀਕਾ ਜਾਣਾ ਉੱਥੇ ਹੁਣ ਬੰਦ ਕਰ ਦਿੱਤੇ ਗਏ ਨੇ। ਜੇ ਤੁਸੀਂ 72 ਘੰਟਿਆਂ ਦੇ ਵਿੱਚ ਜਾਣਾ ਕੀ ਪੂਰੀ ਇਨਫੋਰਮੇਸ਼ਨ ਹੈ ਪੂਰੀ ਜਾਣਕਾਰੀ ਕੀ ਹੈ ਇਸ ਬਾਰੇ ਗੱਲਬਾਤ ਕਰਾਂਗੇ। ਤੇ ਨਾਲ ਹੁਣ ਕੋਵਿਡ ਦੇ ਕੇਸ ਲਗਾਤਾਰ ਵੱਧ ਰਹੇ ਨੇ ਪਰ ਅਫੀਸ਼ੀਅਲ ਕਹਿ ਰਹੇ ਨੇ ਕਿ ਵਰੀ ਕਰਨ ਦੀ ਲੋੜ ਨਹੀਂ ਕਿਉਂਕਿ ਜਦੋਂ ਡੋਜ਼ਸ ਦੀ ਗੱਲ ਆਉਂਦੀ ਹੈ ਬੂਸਟਰ ਡੋਜ਼ਸ ਵੀ ਲੱਗ ਰਹੀਆਂ ਨੇ ਜਿਨ੍ਹਾਂ ਨੇ ਹਜੇ ਕੋਈ ਵੀ ਡੋਜ਼ ਨਹੀਂ ਲਗਵਾਈ ਉਹਨਾਂ ਨੂੰ ਵੀ ਡੋਜ਼ਸ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਖਾਸ ਕਰਕੇ ਜੌਨਸਨ ਐਂਡ ਜੌਨਸਨ ਦੀ ਜੈਨਸਨ ਵੈਕਸੀਨ ਵੀ ਪਹੁੰਚ ਗਈ ਹੈ। ਇੱਕ ਡੋਜ਼ ਹੈਗੀ ਆ ਉਹ ਸਿਰਫ ਇੱਕ ਡੋਜ਼ ਲਗਵਾਉਣੀ ਪੈ ਸਕਦੀ ਹੈ। ਤੇ ਨਾਲ ਹੁਣ ਕਿਹੜੇ ਕੰਟਰੀ ਦੇ ਵਿੱਚ ਐਂਟਰ ਹੋ ਸਕਦੇ ਆ ਬਾਹਰ ਘੁੰਮਣ ਜਾਇਆ ਜਾ ਸਕਦਾ ਜਾਂ ਨਹੀਂ ਜਾਇਆ ਸਕਦਾ ਕਿਉਂਕਿ ਹੁਣ ਜਿਹੜੇ 5 ਤੋਂ 11 ਸਾਲ ਦੀ ਉਮਰ ਦੇ ਬੱਚੇ ਆ ਉਹਨਾਂ ਦੇ ਲਈ ਵੀ ਫਾਈਜ਼ਰ ਦੀ ਵੈਕਸੀਨ ਨੂੰ ਮਨਜ਼ੂਰੀ ਮਿਲ ਗਈ ਹੈ। ਹੁਣ ਕਦੋਂ ਤੋਂ ਲੱਗਣੀਆਂ ਸਟਾਰਟ ਹੋਣਗੀਆਂ ਇਹ ਵੱਡਾ ਸਵਾਲ ਹੈ। ਇਸ ਬਾਰੇ ਵੀ ਗੱਲ ਕਰਾਂਗੇ ਤੇ ਬੱਚਿਆਂ ਦੇ ਵਿੱਚ ਇਹ ਵਧੀਆ ਹੈ ਕਿੰਨਿਆਂ ਦੇ ਸਰਵੇਖਣ ਹੋ ਰਿਹਾ ਕਿੰਨਿਆਂ ਤੇ ਨਹੀਂ ਹੋਇਆ ਇਹ ਸਭ ਬਾਰੇ ਜਾਣਕਾਰੀ ਦੇ ਲਈ ਅੱਜ ਸਟੂਡੀਓ ਦੇ ਵਿੱਚ ਡਾਕਟਰ ਗੁਲਜ਼ਾਰ ਚੀਮਾ ਨੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਚੀਮਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ। ਸਤਿ ਸ਼੍ਰੀ ਅਕਾਲ ਜੀ। ਕਾਫੀ ਦੇਰ ਦੇ ਪ੍ਰੋਗਰਾਮ ਬਾਅਦ ਸ਼ੁਰੂ ਕੀਤਾ ਕਿਉਂਕਿ ਆਪਾਂ ਕੋਈ ਹੋਰ ਕੰਮਾਂ 'ਚ ਬਿਜ਼ੀ ਹੋ ਗਏ ਸੀ ਇੱਕ ਮਹੀਨੇ ਵਾਸਤੇ। ਤੇ ਹੁਣ ਆਪਾਂ ਨਾਰਮਲ ਜਿਹੜੇ ਪ੍ਰੋਗਰਾਮ ਨੇ ਹੈਲਥ ਸ਼ੋਅ ਤੇ ਖਾਸ ਕਰਕੇ ਕੋਵਿਡ ਦੀ ਜਿਹੜੀ ਅਪਡੇਟ ਹੈ ਕਿਉਂਕਿ ਪਹਿਲਾਂ 19 ਮਹੀਨੇ ਪਹਿਲਾਂ ਵੀ ਇੱਥੋਂ ਸ਼ੁਰੂ ਕੀਤੀ ਸੀ ਤੇ ਆਪਾਂ ਉਸੇ ਚੀਜ਼ ਨੂੰ ਕੰਟੀਨਿਊ ਰੱਖਣਾ। ਤੇ ਕੋਵਿਡ ਬਾਰੇ ਮੈਂ ਹੋਰ ਗੱਲ ਨਵੀਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਗੱਲ ਇੱਕ ਵਾਰੀ ਫਿਰ ਕਹਾਣੀ ਜਿਹੜੀ ਰਿਪੀਟ ਕਰਨੀ ਮੈਂ ਸਮਝਣਾ ਬੜੀ ਜ਼ਰੂਰੀ ਹੈ। ਬਿਲਕੁਲ ਜੋ ਇਹ ਤੁਸੀਂ ਕਹਾਣੀ ਰਿਪੀਟ ਕਰੋ ਉਸ ਤੋਂ ਪਹਿਲਾਂ ਅੱਜ ਬਹੁਤ ਟਾਈਮ ਬਾਅਦ ਸਾਡੀ ਮੁਲਾਕਾਤ ਹੋ ਰਹੀ ਹੈ। ਉਦਾਂ ਅਸੀਂ ਮਿਲਦੇ ਰਹਿੰਦੇ ਹਾਂ ਪਰ ਅੱਜ ਸ਼ੋਅ ਦੇ ਉੱਤੇ ਪਹਿਲੀ ਵਾਰ ਮੁਲਾਕਾਤ ਹੋ ਰਹੀ ਹੈ ਤੇ ਸਾਡੇ ਸਰੋਤਿਆਂ ਦੇ ਵੱਲੋਂ ਤੇ ਸਾਡੇ ਵੱਲੋਂ ਇੱਕ ਵਾਰ ਫਿਰ ਤੋਂ ਵਧਾਈਆਂ ਕਿ ਤੁਸੀਂ ਸਾਨੂੰ ਪ੍ਰਾਊਡ ਕੀਤਾ ਹੈ ਕਿ ਵਿਨੀਪੈਗ ਦੇ ਵਿੱਚ ਇੱਕ ਚੀਮਾ ਡਰਾਈਵ ਦੇ ਨਾਂ ਦੇ ਉੱਤੇ ਸਟਰੀਟ ਹੈਗੀ ਹੈ। ਸੋ ਜਿੱਥੇ ਤੁਸੀਂ ਪ੍ਰਾਊਡ ਆ ਤੁਹਾਡੀ ਫੈਮਿਲੀ ਪ੍ਰਾਊਡ ਆ ਅਸੀਂ ਸਾਰੇ ਪ੍ਰਾਊਡ ਆ। ਇੱਕ ਵਾਰ ਫਿਰ ਤੋਂ ਕੰਗ੍ਰੈਚੁਲੇਸ਼ਨਸ। ਬਹੁਤ ਧੰਨਵਾਦ ਸਾਰਿਆਂ ਦਾ। ਪਰ ਆਪਾਂ ਗੱਲ ਕਰੀਏ ਕੋਵਿਡ-19 ਦੀ ਕਿਉਂਕਿ ਇਹ 2019 ਵਿੱਚ ਚੱਲਿਆ ਸੀ ਕਿਉਂਕਿ ਨਾ ਹੀ ਦਾ ਕੋਵਿਡ-19 ਹੈ 2019 ਵਿੱਚ ਜਿਹੜੇ ਮੁਲਕ ਤੋਂ ਚੱਲਿਆ ਸਾਨੂੰ ਸਾਰਿਆਂ ਨੂੰ ਪਤਾ। ਉੱਥੋਂ ਚੱਲ ਕੇ ਫਿਰ ਕੈਨੇਡਾ ਵਿੱਚ ਤੇ ਆਇਆ ਸੀ ਜਨਵਰੀ ਮੇਰੇ ਖਿਆਲ 'ਚ 2020 ਦੇ ਵਿੱਚ 23 ਜਨਵਰੀ ਨੂੰ ਆਈ ਬਿਲੀਵ ਮੋਸਟ ਲਾਈਕਲੀ ਉਸ ਟਾਈਮ ਦੇ ਵਿੱਚ ਪਹਿਲੀ ਇਹਦੀ ਇੱਥੇ ਹੋਈ ਸੀ ਉਹਦੀ ਪਹਿਲੀ ਵਾਰੀ ਇਸ ਚੀਜ਼ ਦਾ ਪਤਾ ਲੱਗਾ। ਫਿਰ ਉਸ ਤੋਂ ਬਾਅਦ ਫਿਰ ਪਹਿਲਾਂ ਇੱਕ ਪ੍ਰੋਵਿੰਸ ਤੋਂ ਫੈਲਦਾ ਸਾਰੇ ਪ੍ਰੋਵਿੰਸਾਂ ਵਿੱਚ ਫੈਲ ਕੇ
ਫਿਰ ਇਸ ਤੋਂ ਨਾਲ ਜਿਹੜਾ ਨਾ ਪਹਿਲਾਂ ਥੋੜ੍ਹੇ ਕੰਟਰੀ ਸਨ, ਫਿਰ ਸਾਰੇ ਕੰਟੀਨੈਂਟ ਇਨਵੋਲਵ ਹੋ ਗਏ। ਆਲਮੋਸਟ ਕੋਈ ਨਹੀਂ ਇਹ ਦੁਨੀਆ 'ਚ ਇਹੋ ਜਿਹਾ ਮੁਲਕ ਜਾਂ ਇਹੋ ਜਿਹੀ ਟੈਰੀਟਰੀ ਜਿੱਥੇ ਨਹੀਂ ਪਹੁੰਚਿਆ। ਸੋ ਉਸ ਟਾਈਮ ਦੇ ਵਿੱਚ ਜਿਹੜੇ ਬੜੇ ਕਿੰਤੂ ਪਰੰਤੂ ਸਨ, ਇਹ ਕਿਉਂ ਚੱਲਿਆ, ਕਿੱਥੋਂ ਆਇਆ, ਉਹ ਸਾਰੀਆਂ ਗੱਲਾਂ ਪਹਿਲਾਂ ਕਈ ਲੋਕਾਂ ਨੇ ਇਸ ਚੀਜ਼ 'ਤੇ ਆਬਜੈਕਸ਼ਨ ਕੀਤਾ, ਕਈਆਂ ਨੂੰ ਇਸ ਚੀਜ਼ ਦੀ ਸਮਝ ਨਹੀਂ ਆਈ, ਕਈਆਂ ਨੇ ਇਹਨੂੰ ਮੈਸ ਅਪ ਕਰਤਾ। ਜਿਹੜੀਆਂ ਕਈ ਆਰਗੇਨਾਈਜੇਸ਼ਨਾਂ ਨੇ ਇਹਨੂੰ ਹੈਂਡਲ ਨਹੀਂ ਕੀਤਾ ਪ੍ਰੋਪਰਲੀ, ਕਈ ਕੰਟਰੀਜ਼ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਹੈਂਡਲ ਨਹੀਂ ਕੀਤਾ। ਪਰ ਮੈਂ ਸਮਝਦਾ ਵੀ ਜਿਹੜਾ ਉਸ ਟਾਈਮ ਦੇ ਵਿੱਚ ਜਿਹੜਾ ਸਾਡਾ ਕੰਟਰੀ ਸੀ ਕੈਨੇਡਾ, ਇਹਨਾਂ ਨੇ ਸ਼ੁਰੂ ਤੋਂ ਹੀ ਚੰਗੇ ਤਰੀਕੇ ਨਾਲ ਹੈਂਡਲ ਕੀਤਾ। ਕਿਉਂਕਿ ਇੱਕ ਤਾਂ ਹੁੰਦੀ ਹੈ ਪ੍ਰੈਪਰੇਸ਼ਨ, ਵੀ ਇਹਦੀ ਐਕਸਪਲੇਨੇਸ਼ਨ ਕਰਨ ਵਾਸਤੇ ਹੈਲਥ ਕੈਨੇਡਾ ਨੇ ਕਿਸ ਤਰੀਕੇ ਨਾਲ ਪ੍ਰੋਵਿੰਸਾਂ ਨਾਲ ਕੰਮ ਕੀਤਾ। ਪ੍ਰੋਵਿੰਸਾਂ ਨੇ ਜਿਹੜੇ ਸਾਰਿਆਂ ਨੇ ਗਵਰਨਮੈਂਟ ਆਫ ਕੈਨੇਡਾ ਨਾਲ ਜਿਹੜਾ ਕੋਆਰਡੀਨੇਟ ਕੀਤਾ। ਜਿੱਥੇ ਅਸੀਂ ਰਹਿ ਰਹੇ ਹਾਂ, BC ਗਵਰਨਮੈਂਟ ਦਾ ਨੰਬਰ ਜਿਹੜਾ ਇਸੇ ਕਰਕੇ ਬੜਾ ਵੱਧਦਾ ਰਿਹਾ, ਕਿਉਂਕਿ ਇਹਨਾਂ ਦੀ ਕੋਆਰਡੀਨੇਸ਼ਨ ਉਹਨਾਂ ਨੇ ਚੰਗੀ ਸੀ ਅਤੇ ਐਕਸਪਲੇਨੇਸ਼ਨ ਵੀ ਚੰਗੇ ਤਰੀਕੇ ਨਾਲ ਕਰਦੇ ਰਹੇ ਲੋਕਾਂ ਨਾਲ। ਇਹਨਾਂ ਨੇ ਚੰਗੀ ਤਰ੍ਹਾਂ ਡੀਲ ਕੀਤਾ ਅਤੇ ਆਪਾਂ ਨੂੰ ਪਹਿਲੀ ਵੇਵ ਨੂੰ ਕੰਟਰੋਲ ਕੀਤਾ, ਫਿਰ ਦੂਜੀ ਨੂੰ, ਫਿਰ ਉਹ ਤੀਜੀ ਦਾ ਚੱਕਰ ਸ਼ੁਰੂ ਹੋ ਗਿਆ, ਫਿਰ ਆਪਾਂ ਚੌਥੀ 'ਤੇ ਪਹੁੰਚ ਕੇ। ਪਰ ਓਵਰਆਲ ਜਿਹੜੀ ਕਹਾਣੀ ਤਾਂ ਦੱਸੀ ਹੈ, ਕਿਉਂਕਿ ਬਹੁਤ ਲੋਕਾਂ ਨੂੰ ਇਹ ਹੁੰਦਾ ਕਿ ਇਹ ਪਤਾ ਨਹੀਂ ਹੁਣੇ ਆਇਆ ਸੀ ਜਾਂ ਇਹਨੂੰ ਇਹ ਕੋਈ ਸੌਖਾ ਕੰਮ ਸੀ ਕੰਟਰੋਲ ਕਰਨਾ। ਸੋ ਇਹਦੀ ਅਜੇ ਵੀ ਜਿਹੜੀ ਕਹਾਣੀ ਉਹ ਬਦਲਦੀ ਪਈ ਹੈ। ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਇਹ ਕਿਹੜੇ ਪਾਸੇ ਜਾਣੀ ਹੈ, ਪਰ ਜਿਹੜੀ ਚੌਥੀ ਵੇਵ ਹੈ ਉਹਨੂੰ ਵੀ ਕੰਟਰੋਲ ਕਰਨ ਦੇ ਵਿੱਚ ਜ਼ੋਰ ਲੱਗਦਾ ਪਿਆ। ਜਿਹੜੇ ਵੇਰੀਐਂਟ ਨੇ ਉਹਦੇ ਡਿਫਰੈਂਟ ਨਾਂ ਆਏ, ਕੋਈ ਯੂਰਪ ਤੋਂ ਚੱਲੇ, ਕੋਈ ਇੰਡੀਆ ਤੋਂ ਜਾਂ ਕੋਈ ਹੋਰ ਦੂਸਰੇ ਕੰਟਰੀਜ਼ ਤੋਂ। ਕਈਆਂ ਲੋਕਾਂ ਨੇ ਇਹਨਾਂ ਨੂੰ ਕਿਸੇ ਗਰੁੱਪ 'ਤੇ ਬਲੇਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਸਾਰੀਆਂ ਗੱਲਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਅਖੀਰ 'ਤੇ ਆ ਕੇ, ਕਿਉਂਕਿ ਇਹ ਹੈਗੀ ਹੈ ਡਿਜ਼ੀਜ਼ ਬੋਰਨ ਬਾਈ ਆਪਾਂ ਖੰਘ ਦੇ ਨਾਲ, ਜ਼ੁਕਾਮ ਦੇ ਨਾਲ। ਜਦੋਂ ਆਪਾਂ ਖੰਘਦੇ ਹਾਂ ਉਹਦੇ ਡ੍ਰੌਪਲੈਟ ਨਾਲ ਟਰਾਂਸਮਿਟ ਹੁੰਦੀ ਹੈ। ਟਰਾਂਸਮਿਸ਼ਨ ਦੀ ਜਿਹੜੀ ਹੈ ਨਾ ਚੀਜ਼, ਉਹ ਬੇਸਿਕ ਗੱਲ ਉਹ ਚੇਂਜ ਨਹੀਂ ਹੋਈ। ਪਰ ਹੁਣ ਇਹ ਵੀ ਨਾਲ ਕਿਹਾ ਜਾਂਦਾ ਕਿ ਕਈ ਜਗ੍ਹਾ 'ਤੇ ਜਦੋਂ ਇਹ ਜਿਹੜੇ ਇਹਦੇ ਕੀਟਾਣੂ ਨੇ ਉਹ ਜ਼ਿਆਦਾ ਦੇਰ ਹਵਾ ਦੇ ਵਿੱਚ ਰਹਿ ਸਕਦੇ ਨੇ, ਇਸੇ ਕਰਕੇ ਫਿਰ ਜਿਹੜੀਆਂ ਇਨਡੋਰ ਐਕਟੀਵਿਟੀਜ਼ ਸੀਆਂ ਉਹਦੇ 'ਤੇ ਜ਼ਿਆਦਾ ਜ਼ੋਰ ਹੋ ਗਿਆ। ਸੋ ਇਹ 3-4 ਗੱਲਾਂ ਜਿਹੜੀਆਂ ਨਾ ਉਹਦੇ ਵਿੱਚੋਂ ਮੇਨ ਗੱਲਾਂ ਜਿਹੜੀਆਂ ਅੱਜ ਮੈਂ ਸਾਰਿਆਂ ਨਾਲ ਸ਼ੇਅਰ ਕਰਨੀਆਂ ਕਿ ਇਹਦੀ ਮੋਡ ਆਫ ਟਰਾਂਸਮਿਸ਼ਨ ਨਹੀਂ ਬਦਲੀ, ਇਹਦਾ ਜਿਹੜਾ ਤੌਰ ਤਰੀਕਾ ਕੰਮ ਉਸੇ ਤਰੀਕੇ ਨਾਲ ਇਹਨੇ ਕੰਮ ਕੀਤਾ। ਪਰ ਇੱਕ ਜ਼ਰੂਰ ਜਿਹਦੇ ਹਾਰਡ ਸਰਫੇਸ ਸੀ, ਜਿਹਦੇ ਬਾਰੇ ਬਹੁਤ ਉਦੋਂ ਅਸੀਂ ਰੌਲਾ ਪਾਇਆ ਸਾਰਿਆਂ ਨੇ, ਅਸੀਂ ਵੀ ਇੱਥੇ ਗੱਲਬਾਤ ਕੀਤੀ, ਪਰ ਮੈਨੂੰ ਨਹੀਂ ਜਾਪਦਾ ਵੀ ਕੋਈ ਬੜੀ ਵੱਡੀ ਗੱਲ ਰਹੀ। ਜੋ ਹੁਣ ਇਹ ਟਰਾਂਸਮਿਸ਼ਨ ਦਾ ਮੋਡ ਸੀ ਉਹ ਜ਼ਿਆਦਾ ਫੋਕਸ ਹੈਗਾ ਕਿ ਖੰਘਣ ਦੇ ਨਾਲ, ਜ਼ੁਕਾਮ ਦੇ ਨਾਲ, ਡ੍ਰੌਪਲੈਟਸ ਦੇ ਨਾਲ ਹੋਣਾ। ਸੋ ਡਿਸਟੈਂਸ ਜਿਹੜਾ ਮੇਨਟੇਨ ਕਰਨਾ ਇੰਪੋਰਟੈਂਟ ਹੈ। ਸ਼ੁਰੂ ਦੇ ਵਿੱਚ ਇਹਦੀ ਮਾਸਕ ਬਾਰੇ ਵੀ ਬੜੀ ਗੱਲ ਹੋਈ ਪਹਿਲਾਂ ਕਿ ਪਾਉਣਾ ਚਾਹੀਦਾ ਕਿ ਨਹੀਂ ਪਾਉਣਾ ਚਾਹੀਦਾ, ਪਰ ਅਲਟੀਮੇਟਲੀ ਮੈਨੂੰ ਨਹੀਂ ਸਮਝ ਆਈ ਕਿ ਇਹ ਕਿਉਂ ਕਿਹਾ ਗਿਆ ਵੀ ਨਹੀਂ ਪਾਉਣਾ ਚਾਹੀਦਾ। ਸ਼ੁਰੂ ਦੇ ਵਿੱਚ ਕਲੀਅਰ ਨਹੀਂ ਸੀ, ਪਰ ਮਾਸਕ ਜਿਹੜਾ ਨਾ ਉਹ ਇੱਕ ਬੈਰੀਅਰ ਹੈ, ਉਸ ਟਾਈਮ ਦੇ ਵਿੱਚ ਬੜਾ ਜ਼ਰੂਰੀ ਸੀ। ਸੋ ਪਲੱਸ ਇਹ ਤਾਂ ਹੋ ਗਈ ਇਨੀਸ਼ੀਅਲੀ ਸਟੇਜ। ਉਸ ਤੋਂ ਬਾਅਦ ਫਿਰ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਹੋ ਗਿਆ। ਵੈਕਸੀਨੇਸ਼ਨ ਕੈਨੇਡਾ ਵਿੱਚ ਤਾਂ ਬੰਦੇ ਨਹੀਂ ਸੀ, ਪਹਿਲਾਂ 10-15 ਸਾਲ ਪਹਿਲਾਂ ਇਹਨਾਂ ਨੇ ਬੰਦ ਕਰਤੇ। ਫਿਰ ਇਹਨਾਂ ਨੂੰ ਬਾਹਰੋਂ ਮੰਗਾਉਣੇ ਪੈਣੇ ਸੀ, ਫਿਰ ਇਹਨਾਂ ਨੇ ਕੋਆਰਡੀਨੇਸ਼ਨ ਕੀਤਾ, ਕੋਈ 84 ਮਿਲੀਅਨ ਡੋਜ਼ਜ਼ ਆਰਡਰ ਕਰ ਲਈਆਂ, ਸਾਰੇ ਖਾਪਾਂ ਲਾ ਵੀ ਬਹੁਤ ਜ਼ਿਆਦਾ ਕਰ ਲਈਆਂ। ਇਹ ਨਹੀਂ ਸੀ ਸਮਝ ਵੀ ਡੋਜ਼ਜ਼ ਜੇ ਆਪਣਾ ਸਮਝ ਲਓ ਕਿ 36 ਮਿਲੀਅਨ ਲੋਕ ਨੇ ਤਕਰੀਬਨ, ਜੇ 3 ਡੋਜ਼ ਵੀ ਦੇਣੀਆਂ ਮਸਾਂ ਪੂਰੀਆਂ ਹੋਣੀਆਂ। ਸੋ ਉਹ ਹੁਣ ਡੋਜ਼ਜ਼ ਜਿਹੜੀਆਂ ਉਹ ਪੂਰੀਆਂ ਹੋ ਰਹੀਆਂ ਨੇ। ਉਹਦੇ ਨਾਲ ਫਿਰ ਇੱਕ ਆਰਗੇਨਾਈਜੇਸ਼ਨ ਸੀ ਜਿਹੜੀ WHO ਨੇ ਐਸਟੈਬਲਿਸ਼ ਕੀਤੀ, ਉਹਦੇ ਵਿੱਚ ਕੈਨੇਡਾ ਨੇ ਕੰਟਰੀਬਿਊਟ ਕੀਤੇ ਪੈਸੇ। ਫਿਰ ਇਹਨਾਂ ਨੇ ਉਹਨਾਂ ਤੋਂ ਵੈਕਸੀਨੇਸ਼ਨ, ਇਹਨਾਂ ਦਾ ਧਿਆਨ ਚਲਾ ਗਿਆ ਵੀ ਸ਼ਾਇਦ ਸਾਨੂੰ ਵੀ ਜ਼ਰੂਰਤ ਪੈ ਜੇ, ਉਹਦੇ ਬਾਰੇ ਵੀ ਕਿੰਤੂ ਪਰੰਤੂ ਸ਼ੁਰੂ ਹੋ ਗਿਆ। ਪਰ ਇਹ ਸਾਰੀਆਂ ਗੱਲਾਂ ਦਾ ਅਲਟੀਮੇਟਲੀ ਇੱਕੋ ਗੱਲ 'ਤੇ ਨਤੀਜੇ 'ਤੇ ਪਹੁੰਚਦੇ ਹਾਂ ਕਿ ਵੈਕਸੀਨੇਸ਼ਨ ਦੇ ਹੁਣ ਆਪਾਂ ਗੱਲ ਕਰੀਏ, ਵੈਕਸੀਨੇਸ਼ਨ ਜਿਹੜੀਆਂ ਮੋਡਰਨਾ ਹੋਇਆ, ਫਾਈਜ਼ਰ ਹੋਇਆ, ਐਸਟਰਾਜ਼ੈਨੇਕਾ, ਜੌਨਸਨ ਅਤੇ ਜਿਹੜੇ ਬਾਕੀ ਕੰਟਰੀਆਂ ਦੇ ਵਿੱਚ ਇੰਡੀਆ ਜਾਂ ਚਾਈਨਾ ਦੇ ਜਾਂ ਰਸ਼ੀਆ ਦੇ ਵੈਕਸੀਨ ਨੇ, ਉਹਨਾਂ ਬਾਰੇ ਕਦੀ ਅਸੀਂ ਗੱਲ ਹੀ ਨਹੀਂ ਕੀਤੀ, ਪਰ ਉਹ ਵੀ ਬੜੇ ਇਫੈਕਟਿਵ ਨੇ। ਸੋ ਬੇਸਿਕਲੀ ਸਾਨੂੰ ਤਾਂ ਮਿਲੇ ਨੇ ਸ਼ੁਰੂ ਦੇ ਵਿੱਚ ਫਾਈਜ਼ਰ, ਅਤੇ ਮੋਸਟਲੀ ਲੋਕਾਂ ਨੂੰ ਕਈਆਂ ਨੂੰ ਇੱਕ ਡੋਜ਼ ਫਾਈਜ਼ਰ ਦੀ, ਕਈਆਂ ਨੂੰ ਦੂਜੇ ਮੋਡਰਨਾ ਦੀ ਮਿਲ ਗਈ। ਸੋ ਸ਼ੁਰੂ ਦੇ ਵਿੱਚ ਸਾਈਡ ਇਫੈਕਟ ਦਾ ਰੌਲਾ ਪੈ ਗਿਆ ਕਿ ਸਾਈਡ ਇਫੈਕਟ ਬੜੇ ਨੇ, ਉਹ ਵੀ ਗੱਲ ਨਹੀਂ ਬਣੀ। ਸੋ ਅਲਟੀਮੇਟਲੀ ਹੁਣ ਜਿਹੜੀ ਇਹਦੀ ਗੱਲ ਪਹੁੰਚਦੀ ਅੱਜ ਕਿ ਵੈਕਸੀਨੇਸ਼ਨ ਇਹ ਬਹੁਤ ਇੰਪੋਰਟੈਂਟ ਜਿਹੜਾ ਹਿੱਸਾ ਉਹਦੇ ਬਾਰੇ ਗੱਲ ਕਰਨੇ ਆ। ਅਡਲਟਸ ਨੂੰ ਵੈਕਸੀਨੇਸ਼ਨ ਤਕਰੀਬਨ 84% ਨੂੰ ਮਿਲ ਗਏ, ਜਿਹੜੀਆਂ ਡਬਲ ਡੋਜ਼ਸ ਨੇ, ਤੇ ਜਿਹੜੇ ਨੇ ਸਿੰਗਲ ਡੋਜ਼ ਵਾਲੇ ਤੇ ਮਹਿਰ 90 ਤੋਂ ਉੱਪਰ ਪਹੁੰਚ ਗਏ ਨੇ, ਕਿਉਂਕਿ ਸਟੈਟਿਸਟਿਕਸ ਬਦਲਦੇ ਪਏ ਨੇ। ਅੱਜ ਦੇ ਹਿਸਾਬ ਨਾਲ ਮੈਨੂੰ ਐਗਜ਼ੈਕਟ ਨੰਬਰ ਨਹੀਂ ਪਤਾ, ਪਰ ਬਹੁਤ ਚੰਗੀ ਹਾਲਤ ਦੇ ਵਿੱਚ ਕੈਨੇਡਾ ਨੰਬਰ ਮੇਰੇ ਖਿਆਲ ਪਹਿਲੇ ਮੁਲਕਾਂ ਵਿੱਚ, ਤੇ BC ਜਿਹੜਾ ਨਾ ਕੈਨੇਡਾ ਵਿੱਚ ਪਹਿਲੇ ਨੰਬਰ 'ਤੇ ਚੱਲਦਾ ਪਿਆ। ਸੋ ਅੱਜ ਜਿਹੜੀ ਗੱਲ ਵੈਕਸੀਨੇਸ਼ਨ ਦੀ ਕਰਨੀ ਹੈ,
ਕਿ ਬੱਚਿਆਂ ਬਾਰੇ ਜਿਹੜੇ ਵੈਕਸੀਨੇਸ਼ਨ ਨੇ 12 ਸਾਲ ਤੋਂ ਉੱਪਰ ਪਹਿਲਾਂ ਗੱਲ ਕੀਤੀ ਸੀ, 12 ਤੋਂ 18, 18 ਤੋਂ ਬਾਅਦ ਜਿਹੜੀ ਇਹਨਾਂ ਬਾਕੀ ਏਜ ਗਰੁੱਪਸ ਦਾ। ਹੁਣ ਬੱਚਿਆਂ ਦਾ ਅੱਜ ਗਵਰਨਮੈਂਟ ਆਫ BC ਨੇ ਅਨਾਉਂਸ ਕੀਤਾ ਕਿ 5 ਸਾਲ ਤੋਂ ਲੈ ਕੇ ਤੇ 11 ਸਾਲ ਤੱਕ ਜਿਹੜੇ ਬੱਚਿਆਂ ਨੂੰ ਵੈਕਸੀਨੇਸ਼ਨ ਦਵਾਉਣਾ। ਉਹਦੇ ਵਿੱਚ ਮੇਰੇ 2 ਗ੍ਰੈਂਡਸਨਸ ਵੀ ਫਿੱਟ ਹੋਣੇ ਨੇ, ਕਿਉਂਕਿ ਉਹਨਾਂ ਦੋਨਾਂ ਦੀ ਏਜ 5 ਤੇ 11 ਸਾਲ ਦੇ ਵਿਚਕਾਰ ਹੈ। ਸੋ ਇਹ ਉਹਦੇ ਵਿੱਚ ਇਹ ਵੇਖਿਆ ਗਿਆ ਅੱਜ ਕਿ ਜਿਹੜਾ 90,000 ਆਲਰੇਡੀ ਪੇਰੈਂਟਸ ਨੇ ਆਪਣੇ ਬੱਚੇ ਰਜਿਸਟਰ ਕਰਾ ਲਏ ਨੇ ਅੱਜ। ਜੋ 2-3 ਘੰਟਿਆਂ ਦੇ ਵਿੱਚ ਹੀ ਇੰਨੇ ਲੋਕਾਂ ਨੂੰ ਐਕਸਾਈਟਮੈਂਟ ਹੈ। ਸਾਨੂੰ ਵੀ ਹੈਗੀ ਬੜੀ ਹੋਪ ਹੈ, ਨਾਲ ਰਿਸਪੌਂਸਿਬਿਲਿਟੀ ਵੀ ਹੈਗੀ ਹੈ, ਐਕਸਾਈਟਮੈਂਟ ਵੀ ਹੈਗੀ ਹੈ ਵੀ ਬੱਚਿਆਂ ਦਾ ਵੀ ਵੈਕਸੀਨੇਸ਼ਨ ਲੱਗਣਾ ਜ਼ਰੂਰੀ ਹੈ। ਜੇ ਉਹਨਾਂ ਦਾ ਲੱਗੇਗਾ ਤਾਂ ਸਕੂਲਾਂ ਦੇ ਵਿੱਚ ਕੰਟਰੋਲ ਹੋਏਗਾ, ਸਕੂਲ ਦਾ ਕੰਟਰੋਲ ਹੋਏਗਾ ਤੇ ਉਹਦੇ ਨਾਲ ਫਿਰ ਕਲਾਸਿਸ ਦਾ ਫਰਕ ਵੀ ਪੈਣਾ। ਸੋ ਜਿਹੜਾ ਸਰਕਲ ਹੈ ਨਾ, ਹੁਣ ਇਹ 5 ਤੋਂ 11 ਵਾਲੇ ਨੇ ਸਾਰਾ ਸਰਕਲ ਪੂਰਾ ਕਰ ਦੇਣਾ। ਬਿਲਕੁਲ ਡਾਕਟਰ ਚੀਮਾ, ਤੁਸੀਂ ਬੜੀ ਵਧੀਆ ਤਰੀਕੇ ਦੇ ਨਾਲ ਇਨਫੋਰਮੇਸ਼ਨ ਦਿੱਤੀ ਕਿ ਕਿੱਥੋਂ ਚੱਲਿਆ। ਅਸੀਂ 2019 ਤੋਂ ਹੁਣ 2022 ਵੱਲ ਵੱਧ ਰਹੇ ਹਾਂ, ਪਰ ਇਹ ਹੈ ਕਿ ਇਹਦਾ ਕੋਈ ਇਲਾਜ ਨਹੀਂ ਲੱਭਿਆ ਹਜੇ ਤੱਕ। ਜਿਹੜਾ ਵੈਕਸੀਨੇਸ਼ਨ ਦੱਸੀ ਜਾ ਰਹੀ ਹੈ, ਬੂਸਟਰ ਡੋਜ਼ ਦੱਸੀ ਜਾ ਰਹੀ ਹੈ, ਕਈਆਂ ਦੇ ਬੂਸਟਰ ਡੋਜ਼ ਲੱਗ ਵੀ ਗਈ ਹੈ, ਪਰ ਵੈਕਸੀਨੇਸ਼ਨ ਕਰਵਾਉਣੀ ਲਾਜ਼ਮੀ ਹੈ। 5 ਤੋਂ 11 ਸਾਲ ਦੇ ਬੱਚਿਆਂ ਦੇ ਹੁਣ ਲਾਜ਼ਮੀ ਡੋਜ਼ ਹੈਗੀ ਹੈ, ਪਰ ਉਹ ਜ਼ਰੂਰੀ ਨਹੀਂ ਕੀਤੀ ਗਈ। ਇਹ ਹੈ ਕਿ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਲਗਵਾਉਣੀ ਹੈ ਜਾਂ ਨਹੀਂ ਲਗਵਾਉਣੀ, ਪਰ ਅਸੀਂ ਤੇ ਸਾਰਿਆਂ ਨੂੰ ਇਹੀ ਇਨਕਰੇਜ ਕਰਾਂਗੇ ਵੀ ਜ਼ਰੂਰ ਲਗਵਾਓ। ਜੇ ਕਿਸੇ ਦੇ ਘਰ ਦੇ ਵਿੱਚ 5 ਤੋਂ 11 ਸਾਲ ਦੀ ਉਮਰ ਦੇ ਵਿਚਕਾਰ ਬੱਚੇ ਹੈ ਤਾਂ ਜ਼ਰੂਰ ਜਿਹੜੀ ਆ ਡੋਜ਼ ਲਗਵਾਈ ਜਾਵੇ, ਕਿਉਂਕਿ ਹੁਣ ਬਾਰਡਰਸ ਖੁੱਲ ਗਏ ਨੇ। ਕਿਉਂਕਿ ਬਾਰਡਰ ਜਦੋਂ ਖੁੱਲ ਗਏ ਨੇ, ਪਹਿਲਾਂ ਕੈਨੇਡਾ ਵਾਲਿਆਂ ਨੇ ਖੋਲ ਦਿੱਤੇ ਸੀ, ਅਮਰੀਕਾ ਵਾਲਿਆਂ ਨੇ ਨਹੀਂ ਖੋਲੇ ਸੀ, ਫਿਰ ਅਮਰੀਕਾ ਵਾਲਿਆਂ ਨੇ ਖੋਲੇ ਤਾਂ PCR ਟੈਸਟ ਦੀ ਉਹਨਾਂ ਨੇ ਸ਼ਰਤ ਰੱਖ ਦਿੱਤੀ। ਹੁਣ PCR ਟੈਸਟ ਡਾਕਟਰ ਸਾਹਿਬ ਵੀ ਨਹੀਂ ਦਿਖਾਉਣੀ ਪੈਣੀ ਰਿਪੋਰਟ ਨੈਗੇਟਿਵ। ਦੇਖੋ, ਮੈਂ PCR ਟੈਸਟ ਦੀ ਗੱਲ ਥੋੜੀ ਜਿਹੀ 1-2 ਮਿੰਟ ਬਾਅਦ 'ਚ ਕਰਨਾ। ਪਹਿਲਾਂ ਮੈਂ ਗੱਲ ਕਰਨੀ ਹੈ ਵੈਕਸੀਨੇਸ਼ਨ ਦੀ। ਜਿਹੜਾ ਇਹਨਾਂ ਨੇ ਕਿਹਾ ਵੀ ਤੁਹਾਨੂੰ ਜਿਹੜਾ ਫਾਈਜ਼ਰ ਦੀ ਅਪਰੂਵਲ ਹੋਈ ਹੈ, ਹੈਲਥ ਕੈਨੇਡਾ ਨੇ ਕੀਤੀ ਹੈ, ਉਹਦੀ ਡੋਜ਼ ਸਮਾਲ ਨੇ, ਕਿਉਂਕਿ ਬੱਚਿਆਂ ਵਾਸਤੇ ਡੋਜ਼ ਘੱਟ ਦੀ ਪੈਣੀ ਜ਼ਰੂਰਤ। ਉਹ ਤੁਹਾਨੂੰ ਕਲੀਨਿਕਸ ਤੋਂ ਪਤਾ ਲੱਗਣਾ। ਜਿਹੜੀਆਂ ਵੀ ਹੈਲਥ ਕਲੀਨਿਕ ਨੇ ਜਾਂ ਗਵਰਨਮੈਂਟ ਆਫ BC ਦੀ ਸਾਈਟ ਹੈ, ਉੱਥੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਾ ਕੇ ਬੱਚਿਆਂ ਨੂੰ ਇੰਜੈਕਸ਼ਨ ਲਵਾਓ। ਜੇ ਕਿਸੇ ਨੂੰ ਕੋਈ ਬਿਲਕੁਲ ਹੀ ਕੋਈ ਸਿਸਟਮ ਬਹੁਤ ਹੀ ਕੰਪਰੋਮਾਈਜ਼ ਹੈ, ਜਾਂ ਉਹਨਾਂ ਦਾ ਫੈਮਿਲੀ ਡਾਕਟਰ ਜਾਂ ਉਹਨਾਂ ਦਾ ਬੱਚਿਆਂ ਦਾ ਡਾਕਟਰ ਕਹਿ ਸਕਦਾ ਵੀ ਇਹਨਾਂ ਨੂੰ ਨਹੀਂ ਜ਼ਰੂਰਤ, ਪਰ ਮੋਸਟਲੀ ਜਿਹੜੇ ਸਾਰੇ ਉਹਨਾਂ ਨੂੰ ਜ਼ਰੂਰਤ ਪੈਣੀ ਹੈ। ਸ਼ੁਰੂ ਦੇ ਵਿੱਚ ਇੱਕ ਤਰੀਕਾ ਹੁੰਦਾ ਹੈ ਕਿ ਕਨਵਿੰਸ ਕਰਨ ਦਾ ਵੀ ਇਹ ਕੰਪਲਸਰੀ ਨਹੀਂ, ਪਰ ਜਦੋਂ ਹੌਲੀ ਹੌਲੀ ਵੇਖ ਕੇ ਨਾ, ਜੇ ਘਰ ਦੇ ਵਿੱਚ ਇੱਕ ਨੂੰ ਲੱਗਾ ਦੂਸਰੇ ਨੂੰ ਲੱਗਣਾ। ਇੱਕ ਜੇ ਤੁਸੀਂ ਫੈਮਿਲੀ ਵਿੱਚ 10 ਬੱਚਿਆਂ ਨੂੰ ਲਵਾਤਾ ਤੇ ਬਾਕੀਆਂ ਨੇ ਵੀ ਲਵਾਉਣਾ। ਇੱਕ ਸਕੂਲ ਦੇ ਵਿੱਚ ਜੇ ਸਾਰੇ ਬੱਚਿਆਂ ਨੂੰ ਲੱਗ ਗਿਆ 90% ਫਿਰ 10% ਨੇ ਥੋੜ੍ਹਾ ਰਹਿਣਾ। ਸੋ ਆਈ ਥਿੰਕ ਇਹ ਟੈਕਨੀਕ ਇਹ ਚੰਗੀ ਗੱਲ ਹੈ, ਕਿਉਂਕਿ ਕਈ ਵਾਰੀ ਹੁੰਦਾ ਵੀ ਤੁਸੀਂ ਸਿੱਧਾ ਕਈ ਵਾਰੀ ਕਹਿ ਨਹੀਂ ਸਕਦੇ, ਕਿਉਂਕਿ ਲੋਕਾਂ ਨੂੰ ਬੜੇ ਮਿਸਗਿਵਿੰਗ ਨੇ ਇਸ ਕੰਮ ਬਾਰੇ ਕਿ ਵੈਕਸੀਨੇਸ਼ਨ ਨਾਲ ਪ੍ਰੋਬਲਮ ਆ ਗਈਆਂ। ਜਸਟ ਰਿਮੈਂਬਰ ਵੀ 12 ਮਹੀਨੇ ਪਹਿਲਾਂ ਜਦੋਂ ਸ਼ੁਰੂ ਹੋਇਆ ਵੈਕਸੀਨੇਸ਼ਨ, ਇੱਕ ਦੀ ਜਗ੍ਹਾ ਤੇ 2-4 ਰਿਐਕਸ਼ਨ ਹੋਏ, ਉਹ ਕਿ ਸੀਵੀਅਰ ਰਿਐਕਸ਼ਨ ਹੋਏ, ਉਹ ਕਿ ਗੱਲ ਗਲਤ ਹੋਈ, ਉਹਦੇ ਨਾਲ ਕੋਈ ਨੁਕਸਾਨ ਹੋਇਆ, ਪਰ ਇੰਨਾ ਵੱਡਾ ਸੈਂਸੇਸ਼ਨ ਬਣਾਤੀ ਗਈ। ਉਹਨਾਂ ਦੀ ਆਪਣੀ ਕੋਈ ਗੱਲਬਾਤ ਸੀ, ਡਿਫਰੈਂਟ ਕੰਪਨੀਜ਼ ਦੀ, ਆਪਾਂ ਕਹਿ ਨਹੀਂ ਸਕਦੇ ਜ਼ਿਆਦਾ, ਜੇ ਆਪਾਂ ਕਹਾਂਗੇ ਤਾਂ ਸਾਡੇ ਪ੍ਰੋਗਰਾਮ ਨੂੰ ਤੰਗ ਕਰਨਗੇ। ਸੋ ਇਹੋ ਹੀ ਹੈਗਾ ਵੀ ਜਿਹੜੀ ਇਹਨੂੰ ਸਾਰੇ ਦੁਨੀਆ ਦੇ ਵਿੱਚ ਇਹਨੂੰ ਜਿਹੜੀ ਸੀ ਨਾ ਪੋਲੀਟਿਕਸ ਨੂੰ ਛੱਡ ਕੇ ਉਹਨਾਂ ਨੇ ਇਹਨੂੰ ਮੈਡੀਸਨ ਦੇ ਤੌਰ ਤੇ ਕੋਆਰਡੀਨੇਸ਼ਨ ਕਰਕੇ ਦੁਨੀਆ ਦੇ ਵਿੱਚ ਇਸ ਚੀਜ਼ ਦੀ ਕਾਮਯਾਬੀ ਹੋਈ ਹੈ। ਅਜੇ ਵੀ ਕਈ ਇਹੋ ਜਿਹੇ ਮੁਲਕ ਨੇ ਜਿੱਥੇ ਇਹਦਾ ਵੈਕਸੀਨੇਸ਼ਨ ਨਹੀਂ ਲੱਗਿਆ, ਉਹਦਾ ਰੇਟ ਬੜਾ ਘੱਟ ਹੈ। ਅਪਰੋਕਸੀਮੇਟਲੀ 7.6 ਬਿਲੀਅਨ ਲੋਕਾਂ ਨੂੰ 1 or 2 ਜਿਹੜੀਆਂ ਸ਼ਾਟਸ, 7.6 ਬਿਲੀਅਨ ਸ਼ਾਟਸ ਜਿਹੜੀਆਂ ਲੱਗ ਚੁੱਕੀਆਂ। ਦੈਟ ਮੀਨਸ ਕਿਤੇ ਨਾ ਕਿਤੇ 1 ਜਾਂ 2 ਡੋਜ਼ਸ ਜ਼ਰੂਰ ਨੇ। ਸੋ ਉਹਦੇ ਵਿੱਚ ਹੁਣ ਬੱਚਿਆਂ ਦੀ ਗੱਲ ਕਰੀਏ ਵੀ ਅੱਜ ਜਿਹੜਾ ਬੱਚਿਆਂ ਦਾ ਇੱਥੇ BC ਵਿੱਚ ਉਹਨਾਂ ਨੇ ਕੰਮ ਬੜੇ ਸੋਹਣੇ, ਬੜੇ ਅਗਰੈਸਿਵ ਨਹੀਂ ਕਹਿ ਸਕਦੇ, ਬੜੇ ਚੰਗੇ ਤਰੀਕੇ ਨਾਲ ਐਕਸਪਲੇਨ ਕਰਦੇ ਪਏ ਨੇ ਜਿਹੜੇ ਸਾਡੇ ਹੈਲਥ ਅਫੀਸ਼ੀਅਲਸ ਨੇ। ਉਹਨਾਂ ਨੇ ਦੱਸਿਆ ਵੀ ਤੁਸੀਂ ਕਿਸ ਤਰੀਕੇ ਨਾਲ ਕਰਨਾ, ਡੋਜ਼ਸ ਬਾਰੇ ਵੀ ਗੱਲਬਾਤ ਕੀਤੀ ਹੈ। ਸੋ ਇਹ ਚੰਗੀ ਗੱਲ ਹੈ। ਹੁਣ ਗੱਲ ਆਉਂਦੀ ਹੈ ਕਿ ਬਾਰਡਰ ਕ੍ਰਾਸਿੰਗ ਦੀ, ਹੁਣ ਰੂਲਸ ਦੀ ਗੱਲ ਆਉਂਦੀ ਹੈ ਕਿ ਪਹਿਲਾਂ ਜਿਹੜਾ PCR ਟੈਸਟ ਹੀ ਕੋਈ ਮੇਰੇ ਖਿਆਲ ਮਹੀਨਾ 2 ਮਹੀਨੇ ਪਹਿਲਾਂ ਕਿਹਾ ਵੀ 72 ਘੰਟੇ ਤੋਂ ਬਾਅਦ ਤੁਹਾਨੂੰ ਸ਼ੋਅ ਕਰਨਾ ਪੈਣਾ। ਫਿਰ ਇਹਨਾਂ ਨੇ ਚੇਂਜ ਕਰ ਦਿੱਤਾ, ਪ੍ਰੈਸ਼ਰ ਪੈ ਗਿਆ, ਕਿਉਂਕਿ ਇਹ ਵੀ ਨਾਲ ਸੋਚੋ ਨਾ ਵੀ ਕੈਨੇਡਾ ਦਾ ਬਾਰਡਰ ਕੋਈ ਛੋਟਾ ਜਿਹਾ ਤਾਂ ਹੈ ਨਹੀਂ, ਤੇ 3 ਤੇ ਟਾਈਮ ਜ਼ੋਨ ਨੇ 3-4, ਤੇ ਜੇ ਤੁਸੀਂ ਟਰੈਵਲ ਕਰਦੇ ਪਏ ਹੋ ਤਾਂ ਉਹਦਾ ਵੀ ਫਰਕ ਹੈ। ਜੇ ਪਲੇਨ 'ਚ ਬੈਠੇ ਹੋ ਤੇ 2 ਘੰਟੇ ਤੁਹਾਡਾ ਫਲਾਈਟ ਬਦਲ ਗਈ, ਫਿਰ ਕੀ ਕਰੋਗੇ? 72 ਘੰਟੇ ਦੀ ਬਜਾਏ 70 ਘੰਟੇ ਕਿਉਂ ਨਹੀਂ, 76 ਘੰਟੇ ਕਿਉਂ ਨਹੀਂ? ਉਹ ਸਾਰਿਆਂ ਨੇ ਕਈ ਤਰੀਕੇ ਨਾਲ ਸਵਾਲ ਉੱਠੇ, ਕਿਉਂਕਿ ਸਾਇੰਸ ਦੇ ਮੁਤਾਬਕ ਇਹ ਕੋਈ ਜਿਹੜਾ ਇਨਕੂਬੇਸ਼ਨ ਪੀਰੀਅਡ 72 ਘੰਟੇ ਦਾ ਤਾਂ ਨਹੀਂ ਹੈਗਾ ਨਾ। ਸੋ ਉਹ ਤੁਹਾਨੂੰ ਵਾਚ ਕਰਨਾ ਪੈਣਾ। ਉਹ ਹੁਣ ਗਵਰਨਮੈਂਟ ਆਫ ਕੈਨੇਡਾ ਨੇ ਮੇਰੇ ਖਿਆਲ 30 ਨਵੰਬਰ ਤੋਂ ਕਰਨਾ ਸੀ, ਪਰ BC ਵਾਸਤੇ ਕਿਉਂਕਿ ਫਲੱਡਸ ਆਉਣ ਕਰਕੇ ਇਹ ਜਿਹੜਾ ਨਾ ਜਲਦੀ ਲਾਗੂ ਕਰਤਾ ਗਿਆ। ਕੱਲ੍ਹ ਮੈਂ ਦੇਖਿਆ ਸੀ ਨਿਊਜ਼ ਦੇ ਵਿੱਚ,
ਔਰ ਉੱਥੋਂ ਤੇ ਉਹਨਾਂ ਨੇ ਅਨਾਉਂਸਮੈਂਟ ਕਰਤੀ, ਪਰ ਸਿਕਿਉਰਿਟੀ ਬਾਰਡਰ ਸਿਕਿਉਰਿਟੀ ਵਾਲਿਆਂ ਨੂੰ ਡਾਇਰੈਕਸ਼ਨ ਨਹੀਂ ਭੇਜੀ, ਉਹਨਾਂ ਨੇ ਟਿਕਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਉਹ ਠੀਕ ਹੋਇਆ। ਪਰ ਹੁਣ ਇਹ ਹੈਗਾ ਕਿ ਜੇ ਤੁਸੀਂ 72 ਘੰਟੇ ਲਈ ਬਾਰਡਰ ਕ੍ਰਾਸ ਕਰਨਾ ਜੀ, ਗੈਸ ਵਗੈਰਾ ਲੈਣ ਜਾਣਾ ਜਾਂ ਆਪਣੀ ਜਿਹੜੀ Grocery ਫੂਡ ਵਗੈਰਾ ਲੈਣ ਹੋਰ ਕੋਈ ਨਹੀਂ, ਸੈਰ ਕਰਨ ਲਈ ਨਹੀਂ ਜਾ ਸਕਦੇ। ਤੇ ਜੇ ਤੁਸੀਂ ਵਾਪਸ ਆਉਣਾ ਤੇ ਉਹ ਜਿਹੜਾ ਤੁਹਾਨੂੰ ਟੈਸਟ ਦੀ ਜ਼ਰੂਰਤ ਨਹੀਂ ਪੈਣੀ। ਤੇ ਉਹ ਕਿਉਂਕਿ ਇਹ ਨੈਸੈਸਿਟੀ ਹੈ ਟਾਈਮ ਦੀ, ਇੱਥੋਂ ਇਹ ਸਮਝ ਆਉਂਦੀ ਹੈ ਕਿ ਜਿਹੜਾ 72 ਘੰਟੇ ਵਾਲਾ ਜਿਹੜਾ ਉਹ ਕੰਮ ਸੀ, ਉਹ ਜੇ 30 ਤਰੀਕ ਨੂੰ ਕੈਂਸਲ ਕਰਦੇ ਆ, ਜਿਹੜਾ ਹਫਤਾ ਐਡੀਸ਼ਨਲ ਮਿਲਿਆ, ਇਹਦਾ ਮਤਲਬ ਵੀ ਕਿ ਇਹ ਪਹਿਲਾਂ ਵੀ ਹੋ ਸਕਦਾ ਸੀ ਜੀ। ਇਹਦੇ ਤੋਂ ਇਹ ਪੁਆਇੰਟ ਹੁੰਦਾ ਕਿ ਜਿਹੜੀਆਂ ਗੱਲਾਂ ਜਦੋਂ ਬਾਕੀ ਸਾਰੇ ਜਿਹੜੀ ਗੱਲ ਕਹਿ ਰਹੇ ਨੇ, ਕਈ ਵਾਰੀ ਜਿਹੜੇ ਸਿਸਟਮ ਦੇ ਵਿੱਚ ਇਹੋ ਜਿਹੀ ਗੱਲ ਕਈ ਵਾਰੀ ਕਰ ਬੈਠਦੇ ਨੇ ਕਿ ਉਹਨਾਂ ਨੂੰ ਕਈ ਵਾਰੀ ਬੈਕ ਟਰੈਕ ਕਰਨਾ ਮੁਸ਼ਕਿਲ ਹੋ ਜਾਂਦਾ। ਇਹ ਕਿੱਦਾਂ ਹੋ ਸਕਦਾ ਵੀ ਤੁਸੀਂ ਤੁਹਾਡੇ ਘਰ ਕੋ ਆ ਸਕਦਾ ਤੇ ਤੁਸੀਂ ਕਿਸੇ ਦੇ ਘਰ ਨਹੀਂ ਜਾ ਸਕਦੇ? 72 ਉਹ ਸਿਸਟਮ ਜਿਹੜਾ ਸੀ ਨਾ ਥੋੜਾ ਜਿਹਾ ਕਨਫਿਊਜ਼ ਕਰਤਾ। ਪਰ ਚਾਹੀਦਾ ਕਿ ਇਹਨਾਂ ਨੂੰ ਬੜੇ ਧਿਆਨ ਨਾਲ ਸੋਚਣ ਕਿ ਕੋਈ ਵੀ ਅਨਾਉਂਸਮੈਂਟ ਕਰਨ ਤੋਂ ਪਹਿਲਾਂ ਜੇ ਕੋਈ ਕਿਸੇ ਨੇ ਅਨਾਉਂਸਮੈਂਟ ਕਰਨੀ ਹੈ, ਉਹਦਾ ਲਾਗੂ ਕਰਨ ਦਾ ਵੀ ਡਾਇਰੈਕਸ਼ਨ ਭੇਜਣੀ ਚਾਹੀਦੀ ਹੈ। ਫॉर ਐਗਜ਼ਾਮਪਲ ਵੀ ਜੇ ਤੁਹਾਡੇ ਜਿਸ ਤਰ੍ਹਾਂ ਕਿ ਅਨਾਉਂਸਮੈਂਟ ਤੋਂ ਬਾਅਦ ਨਹੀਂ ਗੱਲ ਕਲੀਅਰ ਹੋਈ ਸੀ, ਸੋ ਓਵਰਆਲ ਜਿਹੜਾ ਨਾ ਚੰਗੀ ਗੱਲ ਹੋ ਰਹੀ ਹੈ। ਸੋ ਵੈਕਸੀਨੇਸ਼ਨ ਪਹਿਲਾਂ ਅਡਲਟ ਦਾ ਸੀ, ਹੁਣ ਬੱਚਿਆਂ ਦਾ ਹੋਣਾ। ਫਿਰ ਬਾਰਡਰ ਕ੍ਰਾਸਿੰਗ ਦੀ ਆਪਾਂ ਗੱਲ ਕਰ ਲਈ, ਇੰਟਰਨੈਸ਼ਨਲ ਬਾਰਡਰ ਦੀ ਵੀ ਮੈਂ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਇੰਡੀਆ ਤੋਂ ਆ ਰਹੇ ਨੇ ਉਹਨਾਂ ਨੂੰ ਪਹਿਲਾਂ 18 ਘੰਟੇ ਪਹਿਲਾਂ PCR ਟੈਸਟ ਕਰਾਉਣਾ ਪੈਂਦਾ ਜੇ ਤੁਸੀਂ ਉੱਥੇ ਜਾ ਰਹੇ ਹੋ। ਉਹ ਪਰ ਰਿਜ਼ਲਟ ਜਿਹੜਾ ਬੜੀ ਜਲਦੀ ਪਹੁੰਚ ਜਾਂਦਾ, ਕੋਈ ਜ਼ਿਆਦਾ ਐਕਸਪੈਂਸਿਵ ਵੀ ਨਹੀਂ ਹੈਗਾ। ਮੈਂ ਇੱਕ ਮੇਰੇ ਕੋਲ ਦੋਸਤ ਗਏ ਸੀ ਇੰਡੀਆ, ਉਹਨਾਂ ਨਾਲ ਮੈਂ ਗੱਲ ਕਰਦਾ ਪਿਆ ਸੀ, ਉਹਨਾਂ ਦੱਸਿਆ ਵੀ ਇਹ ਤਰੀਕੇ ਨਾਲ ਹੋ ਸਕਦਾ। ਤੇ ਉਹ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ, ਪਰ ਲੈਸ ਐਕਸਪੈਂਸਿਵ ਹੈ। ਜੇ ਤੁਸੀਂ USA ਵਿੱਚ ਜਾਣਾ ਤਾਂ ਤੁਹਾਨੂੰ $100, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕਿਤੇ $100 ਕਿਤੇ $150 ਕਿਤੇ ਤੁਸੀਂ ਫ੍ਰੀ ਟੈਸਟ ਕਰਦੇ ਪਏ ਨੇ, ਤੇ ਉਹ ਗੱਲ ਕੀ ਹੈ ਸਮਝ ਨਹੀਂ ਪਈ। ਕੌਣ ਫਾਇਦਾ ਉਠਾ ਰਿਹਾ? ਜਿਹੜੀ ਆ ਉਹ ਹੋਣੀ ਚਾਹੀਦੀ ਹੈ, ਪ੍ਰੋਪਰ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਬਹੁਤ ਸਾਰੇ ਲੋਕ ਅਜੇ ਵੀ ਕਿੰਤੂ ਕਰ ਰਹੇ ਹਨ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਜਿਵੇਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਜਨਵਰੀ ਦਾ ਮਹੀਨਾ ਤੇ 2020 ਉਹ ਜਦੋਂ ਪਹਿਲਾ ਕੈਨੇਡਾ ਦੇ ਵਿੱਚ ਕੇਸ ਆਉਂਦਾ ਹੈ, ਤੇ ਹੁਣ 2022 ਦਾ ਜਨਵਰੀ ਮਹੀਨਾ ਆਉਣ ਵਾਲਾ ਆ। ਸੋ ਲਗਭਗ 2 ਸਾਲ ਪੂਰੇ ਹੋਣ ਵਾਲੇ ਆ, ਤੇ ਅਸੀਂ ਵੀ ਰਲ ਮਿਲ ਕੇ ਜਿਹੜੀ ਇਨਫੋਰਮੇਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ, ਖਾਸ ਕਰਕੇ ਉਹਨਾਂ ਨੂੰ ਜਿਹੜੇ ਕਹਿੰਦੇ ਆ ਕਿ ਕੋਈ ਸ਼ੇ ਗਲਤ ਹੈ ਇਸ ਵੈਕਸੀਨ ਦੇ ਵਿੱਚ ਜਾਂ ਨਹੀਂ ਲਗਵਾਉਣੀ ਚਾਹੀਦੀ, ਕਿਉਂਕਿ 1 ਸਾਲ ਤਾਂ ਪਹਿਲਾਂ ਵੈਕਸੀਨ ਆਈ ਹੋਈ ਨਹੀਂ, ਜਲਦੀ 10 ਮਹੀਨੇ ਦੇ ਬਾਅਦ ਵੈਕਸੀਨ ਆਈ, ਵੈਕਸੀਨ ਲਗਵਾਈ ਗਈ। ਪਹਿਲੀ ਡੋਜ਼ ਦਾ ਕਿਹਾ ਕਿ ਲਗਵਾਈ ਜਾਵੇ, ਦੂਜੀ ਦਾ ਕਿਹਾ ਲਗਵਾਈ ਜਾਵੇ, ਹੁਣ ਬੂਸਟਰ ਡੋਜ਼ ਵੀ ਜਿਨ੍ਹਾਂ ਨੂੰ ਇਨਫੋਰਮੇਸ਼ਨ ਆ ਰਹੀ ਹੈ, ਜਿਨ੍ਹਾਂ ਨੂੰ ਇਨਵੀਟੇਸ਼ਨ ਆ ਰਹੇ ਆ, ਉਹਨਾਂ ਨੂੰ ਲਗਵਾਉਣੀ ਚਾਹੀਦੀ ਹੈ ਬਿਲਕੁਲ, ਕਿਉਂਕਿ ਜਿਹੜੇ ਇਮਿਊਨ ਕੰਪਰੋਮਾਈਜ਼ਡ ਹੈਗੇ ਉਹਨਾਂ ਨੂੰ ਲਗਵਾਉਣੀ ਚਾਹੀਦੀ ਹੈ। ਹੁਣ ਅੱਗੇ ਨਹੀਂ ਪਤਾ ਕੀ ਹੋਊਗਾ ਆਉਣ ਵਾਲੇ ਸਾਲਾਂ ਦੇ ਵਿੱਚ, ਹਜੇ ਕੋਈ ਵੀ ਇਨਫੋਰਮੇਸ਼ਨ ਨਹੀਂ। ਅਸੀਂ ਜਦੋਂ ਵੀ ਗੱਲ ਕਰਦੇ ਹਾਂ ਅੱਜ ਦੇ ਦਿਨ ਦੀ ਗੱਲ ਕਰਦੇ ਹਾਂ ਕਿ ਅੱਜ ਦੇ ਦਿਨ ਤੱਕ ਕਿੰਨੀ ਇਨਫੋਰਮੇਸ਼ਨ ਆ ਸਾਡੇ ਕੋਲ। ਪਰ ਡਾਕਟਰ ਸਾਹਿਬ ਅਜੇ ਵੀ ਲੋਕ ਹੈਗੇ ਨੇ ਜਿਹੜੇ ਕਹਿੰਦੇ ਨੇ ਕਿ ਇਹਦੇ ਨਾਲ ਕੋਈ ਇਨਫੋਰਮੇਸ਼ਨ ਗਲਤ ਹੋ ਸਕਦੀ ਹੈ ਜਾਂ ਇਹਦੇ ਨਾਲ ਸਾਡੀ ਬੋਡੀ 'ਚ ਕੁਝ ਗਲਤ ਹੋ ਸਕਦਾ ਹੈ, ਕਿੰਤੂ ਕੀਤਾ ਜਾ ਰਿਹਾ। WHO ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਦੂਜੀਆਂ ਕੰਟਰੀਆਂ ਦੇ ਵਿੱਚ ਤਾਂ ਹਜੇ ਪਹੁੰਚੀ ਨਹੀਂ ਡੋਜ਼। ਬਹੁਤ ਲੋਕ ਹੈਗੇ ਨੇ ਲਗਵਾਉਣੀ ਚਾਹੁੰਦੇ ਨੇ, ਉੱਥੇ ਡੋਜ਼ ਨਹੀਂ ਪਹੁੰਚੀ, ਪਰ ਜਿਹੜੀਆਂ ਦੂਜੀਆਂ ਕੰਟਰੀਜ਼ ਹੈਗੀਆਂ ਉੱਥੇ ਬੂਸਟਰ ਡੋਜ਼, ਤੀਜੀ ਡੋਜ਼ ਵੀ ਲੱਗ ਰਹੀ ਹੈ। ਸੋ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਲਗਵਾਉਣੀ ਚਾਹੀਦੀ ਹੈ, ਨਹੀਂ ਲਗਵਾਉਣੀ ਚਾਹੀਦੀ। ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਕਿ ਮਿਸ ਇਨਫੋਰਮੇਸ਼ਨ, ਕਿਤੇ ਨਾ ਕਿਤੇ ਮਿਸ ਇਨਫੋਰਮੇਸ਼ਨ ਹੈ ਹੀ, ਪਰ ਜਿਹੜੀ ਕਲੀਅਰ ਗੱਲ ਇਹ ਹੈ ਕਿ ਵੈਕਸੀਨ ਲਗਵਾਉਣੀ ਚਾਹੀਦੀ ਹੈ, ਜਿਹੜਾ ਮੈਂਡੇਟ ਹੈ ਉਹ ਹੋਣਾ ਚਾਹੀਦਾ। ਦੇਖੋ, ਇਹ ਤੁਸੀਂ ਕੋਈ ਚੈਨਲ ਵੀ ਦੇਖ ਲਓ, ਕੋਈ ਵੀ ਜਿੱਥੇ ਵੀ ਇਨਫੋਰਮੇਸ਼ਨ ਕਈ ਤੇ ਹੈਗੀ ਹੈ, ਇਨਫੋਰਮੇਸ਼ਨ ਬੜੀ ਚੰਗੀ ਆਉਂਦੀ ਹੈ, ਉਹ ਕਾਫੀ ਜ਼ਿਆਦਾ ਕੋਆਰਡੀਨੇਸ਼ਨ ਕਰਦੇ ਨੇ। ਹੁਣ ਕੈਨੇਡਾ ਵਿੱਚ ਤਾਂ ਇਨਫੋਰਮੇਸ਼ਨ ਕੋਈ ਗਲਤ ਕਰ ਨਹੀਂ ਸਕਦਾ, ਕੋਈ ਬੇਵਕੂਫ ਹੀ ਹੋਏਗਾ ਕਿ ਜਿਹੜੀ ਗਲਤ ਇਨਫੋਰਮੇਸ਼ਨ ਅੱਗੇ ਪਹੁੰਚਾਏਗਾ ਉਹਨੂੰ ਨੁਕਸਾਨ ਹੋਣਾ। ਜਿਹੜੀਆਂ ਸੋਸ਼ਲ ਮੀਡੀਆ ਸੀ ਉਹਨਾਂ ਨੇ ਵੀ ਜਿਹੜੀ ਗਲਤ ਇਨਫੋਰਮੇਸ਼ਨ ਸੀ ਉਹਨੂੰ ਕੱਢਤਾ ਸੀ, ਤੇ ਕਈ ਜਗ੍ਹਾ ਤੇ ਉਹਨਾਂ ਨੇ ਉਹ ਸਾਰੀਆਂ ਜਿਹੜੀਆਂ ਸੀ ਨਾ ਉਹਨਾਂ ਦੀਆਂ ਸਾਈਟਸ ਬਲੌਕ ਕਰਤੀਆਂ ਸੀ। ਪਰ ਜਿਹੜਾ ਅਸੀਂ ਗੱਲ ਕਰਨੇ ਪਏ ਜਾਂ ਐਜ਼ ਏ ਪ੍ਰੋਫੈਸ਼ਨਲ ਜਾਂ ਐਜ਼ ਏ ਫਿਜ਼ੀਸ਼ੀਅਨ, ਜਿਹੜੀ ਇਨਫੋਰਮੇਸ਼ਨ ਅਸੀਂ ਦੇਖਦੇ ਹਾਂ ਹੈਲਥ ਕੈਨੇਡਾ ਦੀ, ਗਵਰਨਮੈਂਟ ਆਫ BC ਦੀ, ਜੋ ਸਾਡੀ ਜਿਹੜੀ ਹੈ ਨਾ ਰੈਗੂਲੇਟਰੀ ਬਾਡੀ ਹੈ, ਜੋ ਸਾਨੂੰ ਇਨਫੋਰਮੇਸ਼ਨ ਉਹਦੇ ਤੋਂ ਆਉਂਦੀ ਹੈ ਉਹੀ ਮੈਂ ਗੱਲ ਕਰ ਸਕਦਾ, ਕਿਉਂਕਿ ਉਸ ਤੋਂ ਬਿਨਾਂ ਮੈਂ ਬਾਹਰ ਜਾ ਨਹੀਂ ਸਕਦਾ। ਕਿਉਂਕਿ ਇੱਕ ਸਿਸਟਮ ਦੇ ਅੰਡਰ ਕੰਮ ਕਰਨੇ ਪਏ। ਜਿਹੜਾ ਸਾਡਾ ਸਿਸਟਮ ਹੈ ਉਹ ਬੜਾ ਹੀ ਉਹਦੇ ਪਾਰਟਸ ਬੜੇ ਨੇ, ਉਹਨੂੰ ਤੁਹਾਨੂੰ ਹਰ ਸਟੈਪ ਤੋਂ ਜਾ ਕੇ ਇਹ ਇਨਫੋਰਮੇਸ਼ਨ ਪਹੁੰਚਦੀ ਹੈ। ਉਹ ਸਾਰਾ ਪਹਿਲਾਂ ਟਰਾਈ ਕੀਤਾ ਹੁੰਦਾ। ਅਨਹੋਣੀ ਤਾਂ ਹੋ ਸਕਦੀ ਹੈ, ਕਦੀ ਵੀ ਅਨਹੋਣੀ ਤਾਂ ਬਾਹਰ ਐਕਸੀਡੈਂਟ ਵੀ ਜਾਂਦੇ ਆ ਮੇਰਾ ਹੋ ਸਕਦਾ, ਪਰ ਜੇ ਕੋਈ ਵੀ ਰਿਐਕਸ਼ਨ ਵੀ ਕਿਸੇ ਦਾ ਹੋ ਸਕਦਾ, ਕਿਸੇ ਗੱਲ ਤੋਂ ਕੋਈ ਵੈਕਸੀਨੇਸ਼ਨ ਦੇ ਰਿਐਕਸ਼ਨ ਵੀ ਹੁੰਦੇ ਨੇ, ਲੋਕਲ ਰਿਐਕਸ਼ਨ ਹੋ ਸਕਦਾ, ਕੋਈ ਐਨਾਫਿਲੈਕਟਿਕ ਰਿਐਕਸ਼ਨ ਵੀ ਹੋ ਸਕਦਾ। ਇਸੇ ਕਰਕੇ ਉਹਨਾਂ ਜਿਹੜਾ ਜਦੋਂ ਇੰਜੈਕਸ਼ਨ ਸ਼ੁਰੂ ਕੀਤੇ ਸੀ ਉਹ
ਕਿਤੇ ਅਸੀਂ ਜਿੱਥੇ ਕਲੋਜ਼ਡ এনवायरमेंट ਹੋਏ, ਜਿੱਥੇ ਹਰ ਚੀਜ਼ ਅਵੇਲੇਬਲ ਹੈਗੀ ਹੈ, ਜੇ ਕਿਸੇ ਨੂੰ ਗੱਲਬਾਤ ਕੋ ਹੋ ਜੇ ਤੇ ਤੁਹਾਨੂੰ ਉੱਥੇ ਸਰਵਿਸਿਜ਼ ਪ੍ਰੋਵਾਈਡ ਕਰ ਸਕਦੇ ਨੇ। ਆਫਿਸਾਂ ਵਿੱਚ, ਮੈਡੀਕਲ ਆਫਿਸਾਂ ਵਿੱਚ ਤੇ ਕੀਤਾ ਨਹੀਂ ਕੰਮ, ਕਿਉਂਕਿ ਉੱਥੇ ਤੁਸੀਂ ਮਰੀਜ਼ ਦੇਖਣੇ ਕਿ ਦੂਸਰੇ ਕੰਮ ਕਰਨੇ ਨੇ, ਉਹ ਮਿਕਸ ਜਿਹਾ ਪਿਆ। ਪਰ ਜਿਹੜਾ ਸਾਡਾ ਸਿਸਟਮ ਸੀ ਬੜੇ ਸੋਹਣੇ ਤਰੀਕੇ ਨਾਲ ਹੋਇਆ। ਪਰ ਜਿਹੜਾ ਇੱਕ ਤੁਸੀਂ ਗੱਲ ਕੀਤੀ ਹੈ ਕਿ ਉਹ ਜਿਹੜਾ ਵੈਕਸੀਨੇਸ਼ਨ ਨੇ ਉਹਨਾਂ ਨੂੰ ਤਿਆਰ ਕਰਦਿਆਂ ਲੱਗਦੇ ਨੇ ਨੰਬਰ ਆਫ ਈਅਰ 5 7 10 ਸਾਲ ਵੀ। ਇਹਦੇ ਜਿਹੜੇ ਵੈਕਸੀਨੇਸ਼ਨ ਸੀ, ਜਿਹੜੀ ਉਹਦੀ ਟੈਕਨੀਕ ਸੀ, ਉਹ ਆਲਰੇਡੀ ਡਿਵੈਲਪ ਹੋਈ ਸੀ, ਬਹੁਤ ਦੇਰ ਦੀ ਇਹਨਾਂ ਕੋਲ ਪਈ ਸੀ। ਸੋ ਇਸੇ ਕਰਕੇ 10 ਮਹੀਨਿਆਂ ਦੇ ਵਿੱਚ ਜਿਹੜੀ ਸੀ ਨਾ, ਉਹਨੂੰ ਮੋਡੀਫਿਕੇਸ਼ਨ ਕਰਕੇ ਉਹ ਟੈਕਨੀਕ ਨੂੰ ਅਪਣਾ ਕੇ ਤੇ ਦੋਨੋਂ ਜਿਹੜੇ ਮੋਡਰਨਾ ਤੇ ਫਾਈਜ਼ਰ ਦਾ ਵੈਕਸੀਨੇਸ਼ਨ ਤਿਆਰ ਹੋਇਆ ਸੀ। ਸੋ ਇਸੇ ਕਰਕੇ ਜੇ ਤੁਸੀਂ ਇੱਕ ਡੋਜ਼ ਲਵਾਈ ਹੈ ਉਹਦੀ ਫਾਈਜ਼ਰ ਦੀ, ਦੂਜਾ ਮੋਡਰਨਾ ਦੀ ਵੀ ਲਵਾ ਸਕਦੇ ਹੋ, ਔਰ ਵਾਈਸ ਵਰਸਾ। ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ, ਤੁਹਾਡਾ ਸੇਮ ਹੀ ਹੈਗਾ। ਪਰ ਜਿਨ੍ਹਾਂ ਨੂੰ ਬੂਸਟਰ ਡੋਜ਼ ਮਿਲਣੀ ਹੈ ਉਹਨਾਂ ਸਾਰਿਆਂ ਨੂੰ ਇਹਨਾਂ ਦੀ ਮਿਲਦੀ ਪਈ ਹੈ, ਫਾਈਜ਼ਰ ਜਾਂ ਮੋਡਰਨਾ ਦੀ। ਗੱਲ ਇਹ ਕਿ ਇੱਕ ਬੂਸਟਰ ਡੋਜ਼ ਦੀ ਮੈਂ ਦੱਸਣਾ ਚਾਹੁੰਦਾ ਵੀ ਪਹਿਲਾਂ ਜਦੋਂ ਸ਼ੁਰੂ ਹੋਈ ਸੀ ਕਿਹਾ ਵੀ ਅੱਜ ਵੈਕਸੀਨੇਸ਼ਨ ਜੇ ਫਸਟ ਡੋਜ਼ ਹੈ ਤੇ 21 ਦਿਨ ਬਾਅਦ ਲਵਾਉਣੀ ਹੈ, ਫਿਰ ਕਹਿਤਾ ਜੀ ਨੇ 3 ਮਹੀਨਿਆਂ ਬਾਅਦ, ਫਿਰ ਜੀ 4 ਮਹੀਨਿਆਂ ਬਾਅਦ। ਮੈਨੂੰ ਜਾਪਦਾ ਵੀ ਅਵੇਲੇਬਿਲਿਟੀ ਦੀ ਗੱਲ ਸੀ, ਥੋੜ੍ਹਾ ਜਿਹਾ ਉਹਦੇ ਵਿੱਚੋਂ ਕੋਈ ਕਲੈਰਿਟੀ ਨਹੀਂ ਸੀ ਹੈਗੀ। ਪਰ ਜਿਹੜੀ ਫਸਟ ਡੋਜ਼ ਦੇ ਨਾਲ ਦੇਖਿਆ ਗਿਆ ਕਿ ਕਾਫੀ ਲੋਕਾਂ ਨੂੰ ਪ੍ਰੋਟੈਕਸ਼ਨ ਹੁੰਦੀ ਹੈ। ਸੈਕੰਡ ਡੋਜ਼ ਦਾ ਮਤਲਬ ਹੈ ਸੈਕੰਡ ਡੋਜ਼ ਨਾਲ ਜਿਹੜੀ ਥੋੜ੍ਹੀ ਬਹੁਤੀ ਰਹਿ ਗਈ ਸੀ ਉਹਨੂੰ ਤੁਹਾਡੀ ਬਾਡੀ ਦੇ ਵਿੱਚ ਇਮਿਊਨਿਟੀ ਨੂੰ ਬੂਸਟ ਕਰਨ ਵਾਸਤੇ ਸੈਕੰਡ ਡੋਜ਼ ਆ ਗਈ। ਹੁਣ ਜਿਹੜੀ ਥਰਡ ਡੋਜ਼ ਹੈ ਉਹਦੀ ਮੇਨ ਜਿਹੜੀ ਰੈਕਮੈਂਡੇਸ਼ਨ ਜਿੰਨੀ ਕੁ ਮੈਨੂੰ ਸਮਝੇ ਜਾਂ ਜੋ ਮੈਂ ਪੜ੍ਹਨਾ ਜਾਂ ਮੈਂ ਦੱਸਣਾ ਪਿਆ ਆਪਣੇ ਕਲਾਇੰਟ ਨੂੰ ਜਾਂ ਉੱਦਾਂ ਬਾਕੀ ਤੁਹਾਡੇ ਪ੍ਰੋਗਰਾਮ 'ਤੇ ਵੀ ਗੱਲ ਕਰੀ ਦੀ ਹੈ, ਉਹ 6 ਮਹੀਨੇ ਤੱਕ ਕਹਿ ਰਹੇ ਨੇ। ਹੁਣ ਪਰ ਕਈਆਂ ਲੋਕਾਂ ਨੂੰ ਪਹਿਲਾਂ ਹੀ ਇਨਫੋਰਮੇਸ਼ਨ ਆ ਰਹੀ ਤੁਸੀਂ ਲਵਾ ਲਓ, ਕਿਉਂਕਿ ਉਹਨਾਂ ਦੀ ਏਜ ਗਰੁੱਪ ਦੀ ਵੀ ਗੱਲ ਆ ਸਕਦੀ ਹੈ, ਪਲੱਸ ਉਹਨਾਂ ਦੀਆਂ ਮੈਡੀਕਲ ਕੰਡੀਸ਼ਨਸ ਦੀ ਗੱਲ ਆ ਸਕਦੀ ਹੈ, ਪਲੱਸ ਜੇ ਕਿਸੇ ਨੂੰ ਕੋਈ ਜੇ ਉਹਨਾਂ ਦਾ ਸਿਸਟਮ ਕੰਪਰੋਮਾਈਜ਼ ਹੈ ਉਹਨਾਂ ਨੂੰ ਜੇ ਪਹਿਲਾਂ ਵੀ 1-2 ਮਹੀਨੇ ਲੱਗ ਜਾਏ ਤਾਂ ਉਹ ਫਰਕ ਨਹੀਂ ਪੈਣਾ। ਪਰ ਮੇਨ ਜਿਹੜੀ ਗੱਲ ਹੁੰਦੀ ਹੈ ਬਾਰ-ਬਾਰ ਕਿ ਵੈਕਸੀਨੇਸ਼ਨ ਦੇ ਨਾਲ ਤੁਹਾਡੀ ਇਮਿਊਨਿਟੀ ਇਸ ਬਿਮਾਰੀ ਦੇ ਖਿਲਾਫ ਵਧਣੀ ਹੈ, ਤੁਹਾਡੀ ਬਾਡੀ ਨੇ ਆਪਣੇ ਆਪ ਉਸ ਇਨਫੈਕਸ਼ਨ ਨੂੰ ਫਾਈਟ ਕਰਨਾ। ਸੋ ਇਹ ਤੁਹਾਨੂੰ ਕੋਈ ਬਾਡੀ ਤੁਹਾਡੀ ਨੂੰ ਕੋਈ ਪਲੂਟ ਨਹੀਂ ਕਰਦਾ ਪਿਆ, ਇਹਦੇ ਵਿੱਚੋਂ ਤੁਹਾਡੀ ਬਾਡੀ ਵਿੱਚ ਕੋਈ ਅੰਗ ਨਹੀਂ ਕੋਈ ਮਰਨਾ ਕਿਸੇ ਦਾ, ਕੋਈ ਕਈ ਵਾਰੀ ਕਹਿੰਦੇ ਸੀ ਵੀ ਇਹਦੇ ਨਾਲ ਜੀ ਅਸਰ ਪੈ ਜਾਣਾ ਜੀ, ਪਰਮਾਨੈਂਟ ਡੈਮੇਜ ਹੋ ਜਾਣਾ, ਇਹਦਾ ਜੀ ਐਕਸਪੈਰੀਮੈਂਟਲ ਮੈਡੀਸਨ, ਇਹ ਗੱਲ ਨਹੀਂ ਹੈਗੀ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਵੈਕਸੀਨੇਸ਼ਨ ਦੀਆਂ ਨੇ। ਵੈਕਸੀਨੇਸ਼ਨ ਦੀ ਆਪਾਂ ਗੱਲ ਕਰਨੇ ਪਿਆ ਤੇ ਜਿਹੜੇ ਲੋਕਾਂ ਨੂੰ ਕੋਈ ਸ਼ੱਕ ਹੈਗਾ, ਮੈਂ ਬੜੀ ਵਾਰੀ ਰਿਪੀਟ ਕੀਤਾ ਵੀ ਜਿਹੜੀ ਵੈਕਸੀਨੇਸ਼ਨ ਕਰਕੇ ਹੀ ਲੱਖਾਂ ਲੋਕ ਬਚੇ ਨੇ ਬਾਕੀਆਂ ਬਿਮਾਰੀਆਂ ਤੋਂ। ਜਿਸ ਤਰ੍ਹਾਂ ਸਮਾਲ ਪੌਕਸ ਦੀ ਰੈਡੀਕੇਸ਼ਨ ਹੋ ਗਈ, ਚਿਕਨ ਪੌਕਸ ਘੱਟ ਗਿਆ ਨਾ, ਮੀਜ਼ਲ, ਮੰਪਸ, ਰੂਬੈਲਾ, ਤੁਸੀਂ ਹੈਪੇਟਾਈਟਸ A and B, C ਦੀ ਕੋਈ ਵੈਕਸੀਨੇਸ਼ਨ ਹੀ ਹੈਗੀ, ਤੇ ਮੈਨੇਜਾਈਟਿਸ ਦੀ ਵੈਕਸੀਨੇਸ਼ਨ ਹੈਗੀ ਹੈ, ਚਿਕਨ ਪੌਕਸ ਦੀ ਹੈਗੀ ਹੈ। ਸਾਰਾ ਕੁਝ ਕੰਟਰੋਲ ਹੋ ਕੇ ਫਿਰ ਹੀ ਲੋਕੀ ਉਸ ਸਟੇਜ ਤੇ ਪਹੁੰਚੇ ਨੇ। ਤੇ ਪੋਲੀਓ ਦੀ ਰੈਡੀਕੇਸ਼ਨ ਬਾਰੇ ਕਿੰਨਾ ਜ਼ੋਰ ਲੱਗਾ ਤੇ ਉਹ ਵੀ ਤਾਂ ਵੈਕਸੀਨੇਸ਼ਨ ਹੈ। ਬਿਲਕੁਲ। ਸੋ ਇਸ ਤੋਂ ਇਲਾਵਾ ਜਿਹੜਾ 100 ਸਾਲ ਪਹਿਲਾਂ ਜਦੋਂ ਵੈਕਸੀਨੇਸ਼ਨ ਨਹੀਂ ਸੀ ਤੇ ਦੇਖੋ ਕਿੰਨੇ ਲੋਕ ਉਸ ਸਮੇਂ ਨਾਲ ਫਲੂ ਦੇ ਨਾਲ ਮੌਤਾਂ ਹੋਈਆਂ ਸੀ। ਪਰ ਕਿਉਂਕਿ ਜਿਹੜੀ ਡਿਜ਼ੀਜ਼ ਹੈ ਨਾ ਇਹ ਫੈਲੀ ਤਾਂ ਜ਼ਿਆਦਾ ਕਿਉਂਕਿ ਆਵਾਜਾਈ ਲੋਕਾਂ ਦੀ ਵੱਧ ਗਈ। ਇੱਕ ਤਾਂ ਪਾਪੂਲੇਸ਼ਨ ਵਧੀ, ਦੂਜੀ ਜਿਹੜੇ ਸੀ ਨਾ ਮਿਲੀਅਨਸ ਆਫ ਲੋਕ ਟਰੈਵਲ ਕਰਦੇ ਨੇ ਹਰ ਸਾਲ। ਤੇ ਮੇਰੇ ਖਿਆਲ ਅਪਰੋਕਸੀਮੇਟਲੀ 350 400 ਮਿਲੀਅਨ ਲੋਕ ਜਿਹੜੇ ਨਾ ਟਰੈਵਲ ਕਰਦੇ ਨੇ ਦੁਨੀਆ ਦੇ ਵਿੱਚ ਹਰ ਸਾਲ। ਉਹ 350 ਮਿਲੀਅਨ ਕਿੰਨੇ ਹੋ ਗਏ ਕੈਨੇਡਾ ਦੀ ਤੇ USA ਦੀ ਪਾਪੂਲੇਸ਼ਨ ਮਿਲਾ ਕੇ ਤਾਂ ਬਣਦੇ ਨੇ ਤਕਰੀਬਨ। ਅਪਰੋਕਸੀਮੇਟਲੀ ਐਗਜ਼ੈਕਟ ਨੰਬਰ ਤੇ ਨਹੀਂ ਪਤਾ ਮੈਨੂੰ, ਪਰ ਕਾਫੀ ਉਹਦੇ ਨੇੜੇ ਤੇੜੇ ਮੈਂ ਕਹਿ ਸਕਦਾ। ਸੋ ਜੇ ਇੰਨੇ ਲੋਕ ਟਰੈਵਲ ਕਰਦੇ ਪਏ ਨੇ ਉਹਨਾਂ ਕਿਤੇ ਨਾ ਕਿਤੇ ਗੜਬੜ ਹੋ ਸਕਦੀ ਹੈ। ਕੱਲੀ ਇਸ ਕੰਮ ਦੀ ਨਹੀਂ, ਜਦੋਂ ਪਹਿਲਾਂ ਸੀ ਜਿਹੜਾ ਸਾਰਸ ਪਹਿਲਾਂ ਆਈ ਸੀ ਜਿਹੜੀ ਇਨਫੈਕਸ਼ਨ, ਉਦੋਂ ਵੀ ਇਹੋ ਕੰਮ ਹੋਇਆ ਸੀ, ਫਿਰ ਦਬਾ ਦਿੱਤਾ ਗਿਆ ਸੀ। ਪਰ ਇਸ ਟਾਈਮ ਦੇ ਵਿੱਚ ਜਿਹੜੀ ਇਹਨਾਂ ਦੀ ਓਵਰਆਲ ਜਿਹੜੀ ਇਫ ਯੂ ਆਸਕ ਕਿ ਇਹਦੀ ਕਿੰਨੀ ਕੁ ਪਰਫਾਰਮੈਂਸ ਰਹੀ ਹੈ ਦੁਨੀਆ ਦੇ ਵਿੱਚ, ਜਿਹੜੀ ਇਹਨਾਂ ਸ਼ੁਰੂ ਵਿੱਚ ਬੜੀ ਵੀਕ ਸੀ, ਫਿਰ ਇੰਪਰੂਵਮੈਂਟ ਹੋਈ, ਫਿਰ ਵੀਕ ਹੋ ਗਈ। ਹੁਣ ਜਿਹੜੀ ਕੋਆਰਡੀਨੇਸ਼ਨ ਇਹਦੀ ਬਹੁਤ ਸਖਤ ਹੈ, ਇਹਦੀ ਕੋਆਰਡੀਨੇਸ਼ਨ ਬੜੇ ਸੋਹਣੇ ਤਰੀਕੇ ਨਾਲ ਕਰਦੇ ਪਏ ਨੇ। ਇਹਦੇ ਤੋਂ ਸਿੱਖਿਆ ਜਾਂਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਾਇਰਸ ਨਹੀਂ ਹੋਰ ਵੀ ਆ ਸਕਦੀ ਹੈ। ਇਹ ਜਿਹੜੀਆਂ ਕਰੋਨਾ ਵਾਇਰਸਿਸ ਨੇ ਜਾਂ ਇਸ ਤਰੀਕੇ ਦੀਆਂ ਵਾਇਰਸਿਸ ਨੇ ਉਹ ਹੋਰ ਵੀ ਹੈ ਨੇ। ਤੇ ਇਹ ਸਾਰੀਆਂ ਇਹ ਤਾਂ ਬਣੀਆਂ ਨੇ। ਇਹਦੇ ਵਿੱਚੋਂ ਇੱਕ ਥਿਊਰੀ ਇਹ ਆਉਂਦੀ ਹੈ ਵੀ ਜਿਹੜਾ ਇਨਸਾਨ ਹੈ ਉਹਨੇ ਇਹਨਾਂ ਲੋਕਾਂ ਜਿਹੜੇ ਜਾਨਵਰ ਨੇ ਜਿਨ੍ਹਾਂ ਦੇ ਥਰੂ ਇਹ ਟਰਾਂਸਮਿਟ ਹੋਈ ਹੈ ਉਹਨਾਂ ਦਾ ਜਿਹੜਾ ਹੈਬੀਟੈਟ ਸੀ ਨਾ ਉਹ ਖ਼ਤਮ ਕਰਤਾ ਸੀ। ਉਹ ਫਿਰ ਅਰਬਨ ਏਰੀਆ 'ਚ ਮੂਵ ਹੋਣੇ ਸ਼ੁਰੂ ਹੋ ਗਏ। ਸੋ ਉਹਦੇ ਨਾਲ ਜਿਹੜਾ ਨਾ ਇਹ ਥੋੜ੍ਹੀ ਜਿਹੀ ਮੈਂ ਗੱਲ ਐਕਸਪਲੇਨ ਕਰਨਾ ਚਾਹੁੰਦਾ ਸਾਰਿਆਂ ਨੂੰ ਵੀ ਇਹ ਵੀ ਜਿਹੜਾ ਜੋ ਵੀ ਅਸੀਂ ਕਾਰਵਾਈ ਕਰਨੇ ਪਏ ਹਾਂ, ਜੋ ਵੀ ਅਸੀਂ ਕਰਤੂਤ ਕਰਨੇ ਆ,
ਡੇਲੀ ਬੇਸ ਤੇ ਪਿਛਲਾ 100-200 ਸਾਲਾਂ ਵਿੱਚ ਉਹਦੇ ਸਿਆਪੇ ਸਾਰੇ ਪਏ ਨੇ। ਉਹਦਾ ਇੱਕ ਜਿਹੜਾ ਨਾ ਨਮੂਨਾ ਆਪਾਂ ਪਿਛਲੇ ਹਫਤੇ ਵੇਖਿਆ ਸੀ। ਤੇ ਜਿਹੜਾ ਮੌਸਮ ਦਾ ਤੇ ਇਹਦੇ ਹੋਰ ਬੜਾ ਕੁਝ ਹੋਣਾ, ਕਿਉਂਕਿ ਅੱਜ ਆਪਣੇ ਕੋਲ ਉਹ ਸਬਜੈਕਟ ਨਹੀਂ ਹੈਗਾ। ਗੱਲ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਆਪਾਂ ਨੂੰ ਹਰ ਘਰ ਦੇ ਵਿੱਚ ਐਮਰਜੈਂਸੀ ਕਿਟ ਰੱਖਣੀ ਕਿਉਂ ਇੰਪੋਰਟੈਂਟ ਹੈ। ਆਪਣੀ ਟਰਾਂਸਪੋਰਟ ਇੰਡਸਟਰੀ ਵਾਲੇ ਜਿਹੜੇ ਲੋਕ ਆਪਣੇ ਟਰੱਕਿੰਗ ਕਰਦੇ ਨੇ, ਲੌਂਗ ਡਿਸਟੈਂਸ ਜਾਂਦੇ ਨੇ, ਉਹਨਾਂ ਬਾਰੇ ਵੀ ਮੈਂ ਗੱਲ ਕਰਾਂਗਾ ਕਿ ਉਹਨਾਂ ਨੂੰ ਆਪਣੇ ਟਰੱਕ ਦੇ ਵਿੱਚ ਐਨਫ ਚਾਹੀਦਾ ਕਿ ਐਮਰਜੈਂਸੀ ਕਿਟ ਮੈਡੀਸਨ ਵਾਸਤੇ ਜਿਹੜੀਆਂ ਚੀਜ਼ਾਂ ਕਿ ਆਮ ਅਵੇਲੇਬਲ ਨੇ, ਜਿਹਦੀ ਜ਼ਰੂਰਤ ਪੈ ਸਕਦੀ ਹੈ। ਤੇ ਫੂਡ ਬਾਰੇ ਵੀ ਕਿਹੜਾ ਫੂਡ ਰੱਖੋ ਜਾ ਕੇ ਤੁਸੀਂ 3-4 ਦਿਨ ਆਪਣੀ ਜ਼ਿੰਦਗੀ ਕਿਤੇ ਵੀ ਇਹ ਕੰਮ ਹੋ ਸਕਦਾ। ਹੁਣ ਇਹ ਹੜ੍ਹ ਆਏ ਨੇ, ਹੜ੍ਹਾਂ ਦੀ ਗੱਲ ਦੇ ਵਿੱਚ ਕਈ ਪ੍ਰੋਬਲਮਾਂ ਆਉਣੀਆਂ ਨੇ, ਸੋ ਉਹਦੇ ਬਾਰੇ ਆਉਣ ਵਾਲੇ ਪ੍ਰੋਗਰਾਮ 'ਚ ਗੱਲ ਕਰਾਂਗੇ। ਅੱਜ ਮੈਂ ਸਾਰਿਆਂ ਨੂੰ ਇੰਨਾ ਹੀ ਕਹਿਣਾ ਕਿ ਜਿਹੜੇ ਤੁਹਾਡੇ ਬੱਚੇ ਨੇ, ਤੁਹਾਡੇ ਗ੍ਰੈਂਡ ਕਿਡਸ ਨੇ, ਉਹਨਾਂ ਦੀ ਵੈਕਸੀਨੇਸ਼ਨ ਬਾਰੇ ਧਿਆਨ ਰੱਖੋ ਹੁਣ, ਤੇ ਆਪਣਾ ਕੋਆਰਡੀਨੇਸ਼ਨ ਕਰਕੇ ਤੇ ਉਹਨਾਂ ਨੂੰ ਇੰਜੈਕਸ਼ਨ ਲਵਾ ਕੇ, ਤਾਂ ਕਿ ਸਾਰੇ ਪਰਿਵਾਰ ਦੀ ਬਿਹਤਰੀ ਉਹਦੇ 'ਚ ਹੀ ਹੈ। ਜੇ ਤੁਹਾਡੇ ਸਾਰੇ ਬੱਚੇ ਜਾਂ ਸੀਨੀਅਰ ਸਾਰੇ ਉਹਨਾਂ ਨੂੰ ਵੈਕਸੀਨੇਸ਼ਨ ਲੱਗਾ ਤੇ ਆਪਣਾ ਰੈਕਡ ਜ਼ਰੂਰ ਰੱਖੋ। ਜੀ ਥੈਂਕ ਯੂ ਸੋ ਮਚ ਡਾਕਟਰ ਸਾਹਿਬ। ਅਗਲੇ ਐਪੀਸੋਡ ਦੇ ਵਿੱਚ ਜ਼ਰੂਰ ਗੱਲ ਕਰਾਂਗੇ ਅਸੀਂ ਐਮਰਜੈਂਸੀ ਕਿਟਸ ਦੇ ਬਾਰੇ, ਪਰ ਅੱਜ ਕੋਵਿਡ ਦੇ ਬਾਰੇ ਇਨਫੋਰਮੇਸ਼ਨ ਦਿੱਤੀ। ਅੱਜ ਅਸੀਂ ਕਿੱਥੇ ਖੜੇ ਹਾਂ, ਅੱਜ ਦੇ ਦਿਨ ਦੇ ਉੱਤੇ ਅਸੀਂ ਕਿੱਥੇ ਖੜੇ ਹਾਂ, ਉਹਦੇ ਬਾਰੇ ਇਨਫੋਰਮੇਸ਼ਨ ਦਿੱਤੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਸੋ ਇਹ ਸਨ ਡਾਕਟਰ ਗੁਲਜ਼ਾਰ ਚੀਮਾ, ਜਿਨ੍ਹਾਂ ਨੇ ਦੱਸਿਆ ਕਿ ਅੱਜ ਕੋਵਿਡ ਦੇ ਮਾਮਲੇ 'ਚ ਅਸੀਂ ਕਿੱਥੇ ਖੜੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਬਹੁਤ ਸਾਰੇ ਕੇਸ ਆ ਸਕਦੇ ਨੇ, ਅਜਿਹੇ ਬਹੁਤ ਸਾਰੇ ਵਾਇਰਸ ਆ ਸਕਦੇ ਨੇ ਜਿਨ ਤੋਂ ਬਚਾਅ ਦੀ ਲੋੜ ਹੈਗੀ ਹੈ। ਇਸ ਦੇ ਲਈ ਹੁਣ ਬਹੁਤ ਸਾਰੀਆਂ ਹੋਰ ਮੈਡੀਸਿਨਸ, ਹੋਰ ਬੂਸਟਰ ਸ਼ਾਟਸ ਦੀ ਗੱਲ ਵੀ ਕੀਤੀ ਜਾਵੇਗੀ, ਕਿਉਂਕਿ ਅਜੇ ਵੀ ਇਨਫੋਰਮੇਸ਼ਨ ਬਹੁਤ ਸਾਰੀ ਆਉਣ ਵਾਲੀ ਬਾਕੀ ਹੈ। ਕਿਉਂਕਿ ਇੱਥੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੇ ਸਾਨੂੰ ਡੋਜ਼ਿਸ ਲੱਗੀਆਂ ਨੇ ਉਹਦੇ ਨਾਲ ਇਮਿਊਨਿਟੀ ਬੂਸਟ ਹੋ ਜਾਂਦੀ ਹੈ। ਇਹ ਕੋਵਿਡ ਦਾ ਪੱਕਾ ਇਲਾਜ ਨਹੀਂ। ਪੱਕਾ ਇਲਾਜ ਕਦੋਂ ਆਏਗਾ? ਸਾਨੂੰ ਹਰ ਸਾਲ ਡੋਜ਼ ਲਗਵਾਉਣੀ ਪਏਗੀ, ਹਰ 6 ਮਹੀਨਿਆਂ ਬਾਅਦ ਡੋਜ਼ ਲਗਵਾਉਣੀ ਪਏਗੀ। ਇਸ ਬਾਰੇ ਅਜੇ ਕੋਈ ਵੀ ਇਨਫੋਰਮੇਸ਼ਨ ਨਹੀਂ, ਪਰ ਜਿਵੇਂ ਜਿਵੇਂ ਸਾਨੂੰ ਸਾਇੰਸ ਦੇ ਥਰੂ, ਜਿਵੇਂ ਜਿਵੇਂ ਹੈਲਥ ਕੈਨੇਡਾ ਦੇ ਥਰੂ ਇਨਫੋਰਮੇਸ਼ਨ ਆਉਂਦੀ ਹੈ, ਜ਼ਰੂਰ ਮੰਨੋ, ਜ਼ਰੂਰ ਆਪਣੀ ਡੋਜ਼ਿਸ ਲਗਵਾਓ। ਜਿਸ ਨੇ ਅਜੇ ਕੋਈ ਵੀ ਡੋਜ਼ ਨਹੀਂ ਲਗਵਾਈ, ਆਪਣੀ ਡੋਜ਼ ਲਗਵਾਓ। ਜੇ ਦੋਨੇ ਲਗਵਾ ਲਈਆਂ ਨੇ, ਬੂਸਟਰ ਡੋਜ਼ ਦੀ ਤੁਹਾਨੂੰ ਜਾਣਕਾਰੀ ਆਈ ਹੈ, ਤੁਹਾਨੂੰ ਆਈ ਹੈ ਇਨਫੋਰਮੇਸ਼ਨ ਕਿ ਤੁਸੀਂ ਇਨਫੋਰਮੇਸ਼ਨ ਦੇ ਥਰੂ ਬੂਸਟਰ ਡੋਜ਼ ਲਗਵਾਓ, ਜ਼ਰੂਰ ਲਗਵਾਓ। ਤੇ ਨਾਲ ਨਾਲ ਜਿਹੜੀ ਵਧੀਆ ਗੱਲ ਇਹ ਸਾਹਮਣੇ ਆਈ ਹੈ ਕਿ 5 ਤੋਂ 11 ਸਾਲ ਦੇ ਬੱਚੇ ਜਿਹੜੇ ਜ਼ਰੂਰ ਰਜਿਸਟਰ ਹੋਣ, ਮਾਪਿਓ ਉਹਨਾਂ ਨੂੰ ਜ਼ਰੂਰ ਰਜਿਸਟਰ ਕਰਵਾਉਣ ਤੇ ਉਹਨਾਂ ਦੇ ਜ਼ਰੂਰ ਡੋਜ਼ਿਸ ਲਗਵਾਉਣ। ਫਾਈਜ਼ਰ ਦੀ ਡੋਜ਼ ਲੱਗਣ ਜਾ ਰਹੀ ਹੈ 5 ਤੋਂ 11 ਸਾਲ ਦੇ ਬੱਚਿਆਂ ਦੇ। ਸੋ ਅੱਗੇ ਇਨਫੋਰਮੇਸ਼ਨ ਹੋਰ ਵੀ ਹੋਏਗੀ, ਜੋ ਵੀ ਇਨਫੋਰਮੇਸ਼ਨ ਹੋਏਗੀ ਤੁਹਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਵਾਂਗੇ। ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। सब्सक्राइब our channel and press the bell icon ताकि कोई भी नवी अपडेट तुझे बिल्कुल भी मिस ना करो।